ਸਤਿ ਸ਼੍ਰੀ ਅਕਾਲ। ਲੋਕਰਨ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਸਾਹਿਬ, ਵੈਲਕਮ। ਸ਼ੁਕਰੀਆ ਜੀ, ਬਹੁਤ ਬਹੁਤ ਭੰਗੂ ਸਾਹਿਬ। ਗਰਗ ਸਾਹਿਬ, ਪਿਛਲੇ ਦਿਨੀ ਕਈ ਘਟਨਾਵਾਂ ਘਟੀਆਂ ਜਿਨ੍ਹਾਂ ਤੇ ਅੱਜ ਅਸੀਂ ਗੱਲਬਾਤ ਕਰਨੀ ਹੈ। ਖਾਸ ਕਰਕੇ ਪੰਜਾਬ ਦੀ ਸਿਆਸਤ ਸੰਬੰਧੀ, ਹਿੰਦੁਸਤਾਨ ਦੀ ਸਿਆਸਤ ਸੰਬੰਧੀ, ਕਿਸਾਨ ਆਗੂਆਂ ਤੇ ਗੱਲਬਾਤ ਕਰਾਂਗੇ, ਕਿਉਂਕਿ ਕਿਹਾ ਜਾ ਰਿਹਾ ਕਿ 1-2 ਦਿਨ ਦੇ ਵਿੱਚ ਕਿਸਾਨ ਆਗੂਆਂ ਦੇ ਜੋ ਪੋਲੀਟੀਕਲ ਪ੍ਰੋਗਰਾਮ ਹੋਣਗੇ ਉਹ ਪ੍ਰੋਗਰਾਮ ਨਿਕਲ ਕੇ ਸਾਹਮਣੇ ਆ ਸਕਦੇ ਹੈ। ਕਿਸ ਹੱਦ ਤੱਕ ਇਹ ਪ੍ਰੋਗਰਾਮ ਪ੍ਰਭਾਵਿਤ ਕਰਨਗੇ ਮੌਜੂਦਾ ਸਿਆਸਤ ਨੂੰ, ਇਸ ਤੇ ਵੀ ਗੱਲਬਾਤ ਕਰਾਂਗੇ। ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬਜ਼ਾਦਿਆਂ ਦੇ ਨਾਲ ਸੰਬੰਧਿਤ ਜੋ ਬਾਲਵੀਰ ਦਿਵਸ ਦਾ ਐਲਾਨ ਕੀਤਾ ਗਿਆ, ਉਹਨੂੰ ਲੈ ਕੇ ਵੀ ਸੋਸ਼ਲ ਮੀਡੀਆ ਉੱਤੇ ਵੀ ਧਾਰਮਿਕ ਸੰਸਥਾਵਾਂ ਤੇ ਵੀ ਦੋ ਧੜੇ ਬਣਦੇ ਹੋਏ ਨਜ਼ਰ ਆਏ। ਇੱਕ ਗਰੁੱਪ ਨੇ ਤਾਂ ਸਵਾਗਤ ਕੀਤਾ, ਦੂਜੇ ਗਰੁੱਪ ਨੇ ਆਪਣੇ ਮੁਤਾਬਕ ਸੁਝਾਅ ਦਿੱਤਾ ਕਿ ਆਹ ਪ੍ਰੋਗਰਾਮ ਐਦਾਂ ਨਹੀਂ ਸੀ, ਐਦਾਂ ਹੋਣਾ ਚਾਹੀਦਾ। ਉਸ ਉੱਤੇ ਵੀ ਥੋੜਾ ਜਿਹਾ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਦਰਸ਼ਕਾਂ ਨੂੰ ਕਲੀਅਰ ਹੋਣਾ ਜ਼ਰੂਰੀ ਹੈ ਕਿ ਕੀ ਸਹੀ ਹੈ ਕੀ ਗਲਤ ਹੈ। ਸਾਡੀ ਦੇਖੋ ਕੌਮ ਦੀ ਇਹ ਤਰਾਸਦੀ ਰਹੀ ਹੈ, ਅਸੀਂ ਸਾਡੇ 2 ਇਸ਼ੂ ਬਣ ਜਾਂਦੇ ਆ, ਅਸੀਂ ਕਲੀਅਰ ਨਹੀਂ ਕਰ ਪਾਉਂਦੇ ਹੈਗੇ ਲੋਕਾਂ ਨੂੰ ਕਿ ਇਹਨਾਂ ਚੋਂ ਸਹੀ ਕਿਹੜਾ ਟੱਚ ਹੈ ਜਾਂ ਗਲਤ ਇਹਨਾਂ ਚੋਂ ਕਿਹੜਾ ਪੁਆਇੰਟ ਹੈ। ਉਹ ਫਿਰ ਜਿਹੜਾ ਉਹ ਭੰਬਲ ਭੁੱਸਾ ਜਿਹਾ ਕ੍ਰੀਏਟ ਹੋ ਜਾਂਦਾ, ਇੱਕ ਉਹਨੂੰ ਕਲੀਅਰ ਨਹੀਂ ਲੋਕ ਸਮਝ ਪਾਉਂਦੇ ਕਿ ਅਸਲ ਦੇ ਵਿੱਚ ਅਸੀਂ ਕਿਹੜੀ ਗੱਲ ਨੂੰ ਐਕਸੈਪਟ ਕਰੀਏ, ਕਿਹੜੀ ਗੱਲ ਨੂੰ ਅਸੀਂ ਛੱਡੀਏ। 2 ਡਾਕਟਰ ਸਾਹਿਬ ਸਾਡੇ ਕੋਲ ਪੁਆਇੰਟ ਹੋਣਗੇ, ਇੱਕ ਜੋ ਬਾਲਵੀਰ ਦਿਵਸ, ਦੂਜਾ ਕਿਸਾਨ ਅੰਦੋਲਨ, ਪੰਜਾਬ ਦੀ ਮੌਜੂਦਾ ਸਿਆਸਤ ਨੂੰ, ਹਿੰਦੁਸਤਾਨ ਦੀ ਮੌਜੂਦਾ ਸਿਆਸਤ ਨੂੰ, ਕਿਉਂਕਿ ਜੋ ਕਿਸਾਨ ਆਗੂਆਂ ਵੱਲੋਂ ਇਹ ਸਟੈਪ ਲਿਆ ਗਿਆ ਕਿ ਅਸੀਂ ਪੋਲੀਟੀਕਲ ਲਾਈਨ ਦੇ ਵਿੱਚ ਉਤਰਨਾ। ਹਾਲਾਂਕਿ ਅਸੀਂ ਪੰਜਾਬ ਦੇ ਨਾਲ ਇਸ ਕਰਕੇ ਜੋੜ ਕੇ ਗੱਲ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਨੇੜੇ ਨੇ। ਕਿਸਾਨ ਆਗੂ ਸਾਰੇ ਦੇਸ਼ ਦੇ ਵਿੱਚ ਨੇ, ਹੋ ਸਕਦਾ ਕਿ ਕੱਲ ਇਹ ਫੈਸਲਾ ਵੱਡੇ ਲੈਵਲ ਤੇ ਵੀ ਕਿਸਾਨ ਆਗੂ ਸਾਰੇ ਐਕਸੈਪਟ ਕਰ ਲੈਣ। ਜਿਵੇਂ ਪਹਿਲਾਂ ਬਲਵੀਰ ਸਿੰਘ ਰਾਜੇਵਾਲ ਜਾਂ ਹੋਰ 22 ਜਥੇਬੰਦੀਆਂ ਦਾ ਫੈਸਲਾ ਸੀ, ਉਹ ਅਲੱਗ ਹੋ ਕੇ ਚੱਲ ਰਹੀ ਸੀ। ਗੁਰਨਾਮ ਸਿੰਘ ਚਰੂਨੀ ਅਲੱਗ ਸੀ, ਹੁਣ ਸਾਰੇ ਇੱਕ ਮੰਚ ਤੇ ਇਕੱਠੇ ਹੁੰਦੇ ਹੋਏ ਦਿਖਾਈ ਦੇ ਰਹੇ ਹੈ। ਕੱਲ ਹੋ ਸਕਦਾ ਕਿ ਇਹ ਵੀ ਦਿਨ ਆਵੇ ਸਾਰੇ ਕਿਸਾਨ ਆਗੂ ਇਕੱਠੇ ਹੋ ਜਾਣ ਤੇ ਪੋਲੀਟੀਕਲ ਫੈਸਲਾ ਲੈਣ ਦੇ ਸਮਰੱਥ ਹੋ ਕੇ ਉਹ ਐਲਾਨ ਕਰ ਦੇਣ ਕਿ ਸਾਰੇ ਕਿਸਾਨ ਆਗੂ ਕਿਸਾਨਾਂ ਦੀ ਨੁਮਾਇੰਦਗੀ ਕਰਨਗੇ, ਹਰ ਭਾਈਚਾਰੇ ਦੀ ਨੁਮਾਇੰਦਗੀ ਕਰਨਗੇ, ਜਿਵੇਂ ਨੁਮਾਇੰਦਗੀ ਕਿਸਾਨੀ ਅੰਦੋਲਨ ਦੇ ਦੌਰਾਨ ਹੋਈ ਸੀ। ਜੀ ਡਾਕਟਰ ਸਾਹਿਬ। ਜੀ ਦੇਖੋ ਭੰਗੂ ਸਾਹਿਬ, ਜਿੱਥੇ ਤੱਕ ਵੀਰ ਬਾਲ ਦਿਵਸ ਦੀ ਗੱਲ ਕਰੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ, ਉਹਦੇ ਉੱਤੇ ਸਿੱਖਾਂ ਦਾ ਮੈਂ ਕਹਾਂਗਾ ਵੀ ਆਪਸ ਵਿੱਚ ਵੰਡੇ ਜਾਣਾ ਇਹ ਕੋਈ ਬਹੁਤਾ ਚੰਗਾ ਨਹੀਂ ਹੈ ਸੰਕੇਤ। ਪਰ ਜਿਹੜੇ ਇਹਦੀ ਸਮਰਥਨ ਕਰ ਰਹੇ ਨੇ ਜਾਂ ਕਹਿੰਦੇ ਵੀ ਇਹਦੇ 'ਚ ਮਾੜਾ ਮੋਟਾ ਬਦਲਾਅ ਕਰਕੇ ਇਸ ਤਰ੍ਹਾਂ ਕਰ ਦਿਓ, ਸਾਰੇ ਉਹੀ ਨੇ ਜਿਹੜੇ ਬੀਜੇਪੀ ਦਾ ਵੈਸੇ ਹੀ ਸਮਰਥਨ ਕਰਦੇ ਨੇ। ਬੀਜੇਪੀ ਜੋ ਮਰਜ਼ੀ ਕਰਦੇ ਉਹਨਾਂ ਨੇ ਉਹਨੂੰ ਠੀਕ ਹੀ ਕਹਿਣਾ ਹੁੰਦਾ ਤੇ ਉਹ ਕਹਿੰਦੇ ਵੀ ਨੇ। ਉਹਨਾਂ ਨੂੰ ਆਪਦੇ ਸਿਆਸੀ, ਉਹਨਾਂ ਦੇ ਆਪਦੇ ਬਿਜ਼ਨਸ ਇੰਟਰਸਟ, ਉਹਨਾਂ ਦੇ ਆਪਦੇ ਅਹੁਦਿਆਂ ਦੇ ਦਿਲਚਸਪੀ ਜਿਹੜੀ ਹੈ, ਹਿੱਤ ਨੇ ਜਿਹੜੇ ਉਹ ਹੁੰਦੇ ਨੇ ਬਹੁਤ ਵਾਰੀ, ਤੇ ਉਹ ਕੋਈ ਬਹੁਤ ਸਾਰੀਆਂ ਗੱਲਾਂ ਇੱਧਰ ਉੱਧਰ ਦੀਆਂ ਚੱਲਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਦਰਕਿਨਾਰ ਨਹੀਂ ਕਰ ਸਕਦੇ। ਜਿਵੇਂ ਗਦਰੀ ਬਾਬਿਆਂ ਦੇ ਅੰਦੋਲਨ ਵਿੱਚ ਵੀ, ਬਾਬਰ ਅਕਾਲੀਆਂ ਦੇ ਵੇਲੇ ਵੀ, ਕੂਕਿਆਂ ਵੇਲੇ ਵੀ ਬਹੁਤ ਸਾਰੇ ਵਿੱਚੋਂ ਕੋਈ ਨਾ ਕੋਈ ਉਦੋਂ ਘੱਟ ਹੁੰਦੇ ਸੀ, ਉਦੋਂ ਵੀ ਸਰਕਾਰਾਂ ਦੇ ਨੇੜੇ ਹੁੰਦੇ ਸੀ ਤੇ ਕਈ ਵਾਰੀ ਇਹਨਾਂ ਦੇ ਨਾਲ ਵੀ ਰਲੇ ਹੁੰਦੇ ਸੀ। ਭਗਤ ਸਿੰਘ ਦੇ ਹੋਰਾਂ ਦੇ ਅੰਦੋਲਨ 'ਚ ਵੀ, ਨੌਜਵਾਨ ਸਭਾ 'ਚ ਵੀ ਮੈਂ ਦੇਖਿਆ ਇਹੋ ਜਿਹਾ। ਅਰਜਨ ਸਿੰਘ ਗੜਗੱਜ ਦੀ ਕਿਤਾਬ ਹੈ ਜਿਹਦੇ 'ਚ ਬੜਾ ਸਪਸ਼ਟ ਲਿਖਿਆ ਵੀ ਕੌਣ ਕੌਣ ਬੰਦੇ ਕਿਵੇਂ ਕਿਵੇਂ ਰਲੇ ਹੋਏ ਸੀ। ਸੋ ਹੁਣ ਵੀ ਵੀਰ ਜਿਹੜਾ ਸ਼ਬਦ ਹੈ ਇਹ ਸਿੱਖਾਂ ਦਾ ਨਹੀਂ ਹੈ। ਅਸੀਂ ਵੀਰ ਗਾਥਾ ਜਿਹੜੀ ਹੈ ਉਹ ਵੀ ਸਿੱਖ ਨਹੀਂ, ਸਿੱਖ ਤਾਂ ਜਿਹੜੇ ਨੇ ਵਾਰਾਂ ਗਾਉਂਦੇ ਨੇ, ਉਹ ਵੀਰ ਵਾਰਾਂ ਨਹੀਂ ਕਹਿੰਦੇ, ਉਹ ਵਾਰਾਂ ਕਹਿੰਦੇ ਨੇ। ਉਹ ਕਹਿੰਦੇ ਸ਼ਹੀਦਾਂ ਦਾ ਪਹਿਰਾ, ਉਹ ਸ਼ਹੀਦੀ ਦੀ ਗੱਲ ਕਰਦੇ ਨੇ। ਤੇ ਇਸ ਕਰਕੇ ਉਹਦੇ ਵਿੱਚ ਜਿਹੜਾ ਸਾਡਾ ਸਮਝ ਹੈ ਉਹ ਭਾਰਤ ਸਰਕਾਰ ਨੇ, ਖਾਸ ਕਰਕੇ ਬੀਜੇਪੀ ਨੇ, ਇੱਕ ਤੀਰ ਨਾਲ 2 ਨਿਸ਼ਾਨੇ ਫੁੰਡੇ ਨੇ। ਇੱਕ ਤਾਂ ਉਹ ਜਿਹੜਾ ਬਾਲ ਦਿਵਸ 14 ਨਵੰਬਰ ਨੂੰ ਮਨਾਇਆ ਜਾਂਦਾ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਵੀ ਪੰਡਿਤ ਨਹਿਰੂ ਦਾ ਨਾਮ ਉਹਦੇ ਨਾਲ ਜੁੜਿਆ ਹੋਇਆ। ਦੂਜੇ ਉਹ ਇਹਨੂੰ ਵੀਰ ਦਿਵਸ ਕਹਿ ਕੇ, ਜਿਹੜਾ ਵੀਰ ਸਵਰਕਰ ਕਹਿ ਕੇ, ਵਿਨਾਇਕ ਦਮੋਦਰ ਸਵਰਕਰ, ਜਿਨ੍ਹਾਂ ਨੇ ਕਈ ਵਾਰੀ ਮਾਫੀਆਂ ਮੰਗੀਆਂ, ਬਿਲਕੁਲ ਬੁਰੀ ਤਰ੍ਹਾਂ ਮਾਫੀਆਂ ਮੰਗੀਆਂ ਜਿਹੜੀਆਂ ਉਹਦੇ ਵਿੱਚ ਪਈਆਂ ਨੇ, ਉਹਨਾਂ ਨੂੰ ਵੀ ਉਹ ਵੀਰ ਕਹਿੰਦੇ ਨੇ, ਵੀਰ। ਤੇ ਇਸੇ ਤਰ੍ਹਾਂ ਇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੀਰ ਕਹਿਣਾ ਚਾਹੁੰਦੇ ਨੇ। ਇਹਨਾਂ ਨੇ ਸ਼ਹੀਦੀ, ਉਹਨਾਂ ਨੇ ਆਪਦਾ ਉਹਦੇ ਉੱਤੇ ਕਹਿੰਦੇ ਨੇ ਵੀ ਉਹ ਤਾਂ ਜੀ ਤਰੀਕੇ ਨਾਲ ਬਾਹਰ ਆਇਆ, ਉਹਨੇ ਤਾਂ ਇਹ ਸੇਵਾ ਕਰਨੀ ਸੀ, ਫਲਾਣਾ ਕਰਨੀ ਸੀ। ਤੇ ਜਿਹੜਾ ਬੰਦਾ ਐਡੀ ਵੱਡੀ ਉਮਰ ਦਾ ਬਾਹਰ ਆਇਆ ਤੇ ਆਖਰਕਾਰ ਇੱਕ ਕਿਸਮ ਦੀ ਕਹਿੰਦਾ ਵੀ ਮੈਂ ਤਾਂ ਸਰੀਰ ਤਿਆਗਿਆ, ਇੰਨੀ ਉਮਰ ਹੋ ਕੇ ਉਹ ਹੋਇਆ, ਉਹ ਦੇਸ਼ ਨੂੰ ਤਾਂ ਪੱਠਾ ਹੀ ਬਿਠਾ ਕੇ ਗਿਆ। ਦੇਸ਼ ਦਾ ਜੋ ਕੁਛ ਉਹਨੇ ਕਿਹਾ, ਜੋ ਕੁਛ ਹਿੰਦੂਆਂ ਨੂੰ ਜੋ ਲੁੱਤਰੀ ਲਾਈ ਹੈ, ਪਰ ਜਿਹੜੀ ਇਹ ਸ਼ਹੀਦੀ ਹੈ ਇਹ ਜੋਸ਼ ਦਿੰਦੀ ਹੈ, ਇਹ ਕਿਸੇ ਦੇ ਪ੍ਰਤੀ ਘਿਰਨਾ ਨਹੀਂ ਪੈਦਾ ਕਰਦੀ।
ਇਹ ਮੁਸਲਮਾਨਾਂ ਪ੍ਰਤੀ ਵੀ ਘਿਰਣਾ ਨਹੀਂ ਪੈਦਾ ਕਰਦੀ, ਹੁਕਮਰਾਨਾਂ ਪ੍ਰਤੀ ਘਿਰਣਾ ਪੈਦਾ ਕਰਦੀ ਹੈ, ਨਾ ਕਿ ਮੁਸਲਮਾਨਾਂ ਪ੍ਰਤੀ, ਕਿਸੇ ਕੌਮ ਪ੍ਰਤੀ ਨਹੀਂ ਕਰਦੀ। ਪਰ ਵੀਰ ਸਵਰਕਰ ਦੀ ਜਿਹੜੀ ਜੋ ਵੀ ਉਹਨੇ ਕਰਿਆ ਉਹ ਤਾਂ ਬਾਕੀ ਫਿਰਕਿਆਂ ਪ੍ਰਤੀ ਘਿਰਣਾ ਪੈਦਾ ਕਰਦੀ ਹੈ। ਸੋ ਵੀਰ ਲਫ਼ਜ਼ ਜਿਹੜਾ ਵਰਤਣਾ ਹੈ ਉਹ ਬੀਜੇਪੀ ਦਾ ਲਫ਼ਜ਼ ਹੈ। ਜੇ ਸਿੱਖੀ ਨੇ ਹਰ ਗੱਲ ਨੂੰ ਆਪਦੇ ਨੂੰ ਉਹਨਾਂ ਦੇ ਸ਼ਬਦਾਵਲੀ 'ਚ ਲੈਣਾ ਹੈ, ਇਹੀ ਤਾਂ ਉਹ ਚਾਹੁੰਦੇ ਨੇ, ਤੇ ਉਹ ਲੈ ਲੈ, ਮੈਨੂੰ ਤਾਂ ਕੋਈ ਸਮੱਸਿਆ ਨਹੀਂ ਇਸ ਦੀ। ਜੇ ਕਹਿੰਦੇ ਨੇ ਪਰ ਮੈਨੂੰ ਦੁੱਖ ਹੈ, ਮੈਂ ਤਾਂ ਇਸ ਤਰ੍ਹਾਂ ਨਹੀਂ ਨਾ ਕਰ ਸਕਦਾ। ਇਹ ਤਾਂ ਸ਼੍ਰੋਮਣੀ ਕਮੇਟੀ ਜਾਣੇ, ਅਕਾਲ ਤਖਤ ਦੇ ਜਥੇਦਾਰ ਸਾਹਿਬ ਜਾਣਨ, ਸਿੱਖ ਕੌਮ ਜਾਣੇ ਵੀ ਇਹਦਾ ਕੀ ਹੈ। ਪਰ ਇਹ ਬਿਲਕੁਲ ਭਗਵਾਂ ਕਰਨਾ ਹੈ ਸਾਡੀ ਐਡੇ ਵੱਡੀ ਸ਼ਹਾਦਤ ਦਾ। ਸੋ ਇਹ ਸ਼ਹਾਦਤ ਦਾ ਭਗਵਾਂ ਕਰਨ ਕਰਕੇ ਲੋਕਾਂ ਨੂੰ ਸੈਂਟੀਮੈਂਟ ਬਣਾ ਕੇ ਇੱਥੇ ਹੁਣ ਵੀ ਇਹਨਾਂ ਦੇ ਜਿਹੜੇ ਛੱਡੇ ਹੋਏ ਬੰਦੇ ਨੇ ਉਹ ਇਹ ਪੁੱਛ ਰਹੇ ਨੇ ਕਿ ਜੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਸਾਹਮਣੇ ਭਾਰਤੀ ਫੌਜ ਜਾ ਕੇ ਨਤਮਸਤਕ ਹੋ ਜਾਏ ਇੱਕ ਦਿਨ, ਕੀ ਫੇਰ ਮੋਦੀ ਦੀ ਇੱਜ਼ਤ ਬਣ ਜਾਏਗੀ ਬਹੁਤ ਜ਼ਿਆਦਾ? ਮਤਲਬ ਟੈਸਟ ਕਰ ਰਹੇ ਨੇ। ਮੋਦੀ ਆਪ ਵੀ ਗਏ ਸੀਗੇ, ਤੁਹਾਨੂੰ ਪਤਾ ਹੀ ਹੈ, ਗੁਰਦੁਆਰਾ ਰਕਾਬਗੰਜ 'ਚ ਬਿਨਾਂ ਦੱਸੇ। ਇਸੇ ਤਰ੍ਹਾਂ ਹੀ ਮੋਦੀ ਸਾਹਿਬ ਨੇ ਹੁਣ ਜਿਹੜਾ ਬੜਾ ਰੌਲਾ ਵੀ ਅਸੀਂ ਜੀ ਚੜਾ ਲਏ, ਸਿਰਸਾ ਸਾਹਿਬ ਵੀ ਨਾਲ ਰਲ ਗਏ, ਅਸੀਂ ਜੋ ਛੁਡਾ ਲਏ, ਅਸੀਂ ਐਂ ਕਰ ਰਹੇ, ਅਸੀਂ ਬੰਦੀ ਛਡਾਉਣਾ ਸਾਡਾ ਹੱਕ ਸੀ। ਪਰ ਉਹਨਾਂ ਨੂੰ ਛੁਡਾਉਣ 'ਚ ਲੱਗੇ ਕੌਣ ਸੀ? ਚੌਧਰੀ ਕੌਣ ਬਣੇ ਸੀ? ਉਹ ਬਣੇ ਸੀ ਚੌਧਰੀ ਜਿਹੜੇ ਕਹਿੰਦੇ ਅਸੀਂ ਤਾਂ ਪੁਲਿਸ ਦੀ ਮਦਦ ਕਰਦੇ ਹਾਂ। ਸੋ ਜੇ ਤੁਸੀਂ ਸੰਵੇਦਨਾ ਦੇ ਆਧਾਰ ਤੇ ਲੋਕਾਂ ਨੂੰ ਹੱਕ ਸਕਦੇ ਹੋ, ਸਿੱਖ ਕੌਮ ਜਿਹੜੀ ਇੰਨੀ ਸੁਲਝੀ ਰਹੀ ਹੈ, ਇੰਨੀਆਂ ਲੜਾਈਆਂ ਲੜੀਆਂ, ਜੇ ਸਿੱਖ ਕੌਮ ਨੂੰ ਏਦਾਂ ਮਤਲਬ ਪਿੱਛੇ ਲਾਇਆ ਜਾ ਸਕਦਾ ਹੈ ਤਾਂ ਮੈਨੂੰ ਲੱਗਦਾ ਫਿਰ ਤਾਂ ਕਿਸੇ ਨੂੰ ਵੀ ਲਾਇਆ ਜਾ ਸਕਦਾ, ਫਿਰ ਤਾਂ ਕੋਈ ਅੰਤ ਹੀ ਨਹੀਂ ਹੈ। ਸੋ ਇਹ ਵੀਰ ਬਾਲ ਦਿਵਸ ਕਹਿਣਾ ਆਪਣੇ ਆਪ 'ਚ ਸਿੱਖੀ ਦੀ, ਸਿੱਖੀ ਸ਼ਬਦਾਵਲੀ ਦੀ, ਸਿੱਖੀ ਪਰੰਪਰਾਵਾਂ ਦੀ ਔਰ ਉਸ ਦਾਸਾਨੀ ਕੁਰਬਾਨੀ ਦੀ, ਉਸ ਐਡੇ ਵੱਡੇ ਸਾਕੇ ਦੀ, ਸਰਹੰਦ ਦਾ ਉਹ ਸਾਕਾ ਹੈ, ਸਰਹੰਦ ਦਾ ਸਾਕਾ ਅਸੀਂ ਕਹਿੰਦੇ ਆ, ਉਹ ਸਾਕੇ ਦੀ ਇਹ ਤੋਹੀਨ ਕਰਨਾ ਹੈ। ਮੈਂ ਤਾਂ ਕਹਾਂਗਾ ਇਹਦੇ ਵਿੱਚ ਜਿਹੜੇ ਟੋਡਰ ਮੱਲ ਨੇ ਉੱਥੇ ਮੋਹਰਾਂ ਚਿਣ ਕੇ ਉਹ ਜਗ੍ਹਾ ਲਈ ਸ਼ਹੀਦਾਂ ਦੇ ਸੰਸਕਾਰ ਵਾਸਤੇ, ਮੈਨੂੰ ਤਾਂ ਇਹ ਲੱਗਦਾ ਵੀ ਉਹਦੀ ਵੀ ਇਹ ਤੋਹੀਨ ਹੈ। ਸਿੱਖੀ ਦੀ ਤਾਂ ਤੋਹੀਨ ਹੈਗੀ ਹੈ ਕਿ ਤੁਸੀਂ ਅੱਜ ਵੀਰ ਬਾਲ ਦਿਵਸ ਦਾ ਕੀ ਮਤਲਬ ਹੈ? ਇਹ ਸ਼ਹੀਦੀ ਦਿਵਸ ਹੈ, ਭਾਰਤ ਸਰਕਾਰ ਮਨਾਉਣਾ ਚਾਹੁੰਦੀ ਹੈ, ਮਨਾਵੇ, ਪਰ ਇਹਦਾ ਮਤਲਬ ਇਹ ਥੋੜਾ ਵੀ ਸਿੱਖਾਂ ਨੇ ਆਪਦਾ ਮਨਾਉਣਾ ਨਹੀਂ। ਸਿੱਖ ਤਾਂ ਕਦ ਤੋਂ ਮਨਾ ਰਹੇ ਨੇ। ਉਹਨਾਂ ਨੂੰ ਇਹ ਵੀ ਕਿਹਾ ਗਿਆ, ਦੇਖੋ ਜੀ ਪੁੰਜ ਕਿਉਂ ਨਹੀਂ ਸੌਣਗੇ? ਉਹਨਾਂ ਦੇ ਸਿੱਖਾਂ ਦੇ ਗੁਰੂ ਜਿਨ੍ਹਾਂ ਨੇ 4 ਪੀੜ੍ਹੀਆਂ ਵਾਰਤੀਆਂ, ਜਿਨ੍ਹਾਂ ਦੇ 6 ਤੋਂ 9 ਸਾਲ ਦੇ ਬੱਚੇ ਜਿਹੜੇ ਨੇ ਉਹ ਝੁਕਦੇ ਨਹੀਂ ਸੂਬੇ ਦੇ ਅੱਗੇ, ਤੇ ਜੇ ਉਹ ਖਿੜਕੀ ਦੇ ਵਿੱਚੋਂ ਦੀ ਕਹਿੰਦਾ ਲੰਘੋ ਤਾਂ ਉਹ ਪੈਰ ਅੱਗੇ ਕਰਕੇ ਲੰਘਦੇ ਨੇ, ਸਿਰ ਨਹੀਂ ਝੁਕਾਉਂਦੇ। ਉਹਨੂੰ ਲੱਗਦਾ ਵੀ ਚੱਲ ਹੁਣ ਸਿਰ ਨੀਵਾ ਕਰਕੇ ਤਾਂ ਆਉਣਗੀ। ਲਾਲਚਾਂ ਦੇ ਵਿੱਚ ਨਹੀਂ ਫਸੇ, ਤੇ ਜਿਹੜੇ ਹੁਣ ਲਾਲਚਾਂ 'ਚ ਫਸੇ ਹੋਏ ਨੇ, ਜਿਹੜੇ ਫਟਾਫਟ ਬੀਜੇਪੀ 'ਚ ਜਾ ਰਹੇ ਨੇ, ਉਹ ਤਾਂ ਸਮਰਥਨ ਕਰਨਗੇ। ਉਹਨਾਂ ਨੇ ਤਾਂ ਕਰਨਾ ਹੀ ਹੈ, ਕਿਉਂਕਿ ਉਹ ਤਾਂ ਲਾਲਚ 'ਚ ਫਸੇ ਹੋਏ ਨੇ। ਸੋ ਜਾ ਲਵਤਾ ਨੇ ਕਿਹਾ, ਲਵਤਾ ਕੂੜਾ ਨੇ, ਕਿੱਚੜ ਝੱਟ ਲੰਗਾਈ ਹੈ, ਛੱਪੜ ਟੁੱਟੇ ਨੇ। ਇਹ ਲਾਲਚ ਹੈ। ਲਾਲਚ ਦੇ ਵਿੱਚ ਜਿਹੜਾ ਪਿਆਰ ਜਤਾ ਰਹੇ ਨੇ ਵੀ ਸਾਡਾ ਜੀ ਐ ਸਿੱਖੀ ਦਾ ਹੋ ਜੂ, ਇਹ ਝੂਠਾ ਹੈ। ਇਹ ਤੋਂ ਸਾਨੂੰ ਬਚਣਾ ਚਾਹੀਦਾ ਹੈ। ਸਿੱਖੀ ਦੇ ਆਪਦੇ ਅਲੰਕਾਰ ਨੇ, ਸਿੱਖੀ ਦੀ ਆਪਦੀ ਸ਼ਬਦਾਵਲੀ ਹੈ, ਸਿੱਖੀ ਦੀ ਆਪਦੀਆਂ ਪਰੰਪਰਾਵਾਂ ਨੇ, ਸਿੱਖੀ ਦਾ ਆਪਦਾ ਇਤਿਹਾਸ ਹੈ, ਸਿੱਖੀ ਦਾ ਆਪਦਾ ਫਲਸਫਾ ਹੈ, ਸਿੱਖੀ ਦੀਆਂ ਆਪਦੀਆਂ ਕੁਰਬਾਨੀਆਂ ਨੇ। ਜੇ ਇਹਨਾਂ ਸਾਰਿਆਂ ਤੋਂ ਅਸੀਂ ਮੂੰਹ ਮੋੜਨਾ ਹੈ ਤੇ ਫਿਰ ਠੀਕ ਹੈ, ਫਿਰ ਮੋੜ ਲੈਣਾ, ਫਿਰ ਆਪਾਂ ਕੀ ਕਰ ਸਕਦੇ ਹਾਂ। ਪਰ ਇਹ ਗਲਤ ਹੈ, ਇਹਦਾ ਡਟ ਕੇ ਵਿਰੋਧ ਹੋਣਾ ਚਾਹੀਦਾ ਹੈ। ਇਹ ਕਿਸੇ ਨੂੰ ਇੱਕ ਜਗ੍ਹਾ ਦੇ ਉੱਤੇ ਅਹਿਮਦਾਬਾਦ ਦੇ ਵਿੱਚ, ਇਹ ਤਾਂ ਗੁਜਰਾਤ ਹੈ ਨਾ, ਗੁਜਰਾਤ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ 'ਚ ਇਹਨਾਂ ਬੱਚਿਆਂ ਦੇ, ਕੁਝ ਬੱਚਿਆਂ ਦੇ ਟੋਪੀਆਂ ਪਾ ਕੇ ਨਾਟਕ ਕਰਿਆ ਗਿਆ, ਜਿੱਥੇ ਕਈਆਂ ਨੇ ਇਤਰਾਜ਼ ਕਰਿਆ ਵੀ ਹੈ, ਪਰ ਉਹ ਸ਼੍ਰੋਮਣੀ ਕਮੇਟੀ ਨਹੀਂ ਬੋਲਦੀ। ਸਿੱਖੀ ਦੇ ਵਿੱਚ ਰਾਸ ਲੀਲਾ ਕਰਨਾ ਬਿਲਕੁਲ ਨਹੀਂ ਹੈਗਾ, ਬਲਕਿ ਰਾਸ ਲੀਲਾ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਕੇਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ ਕੇਤੇ ਰਾਮ ਰਵਾਲ। ਕਿੰਨੀ ਇਹ ਕਰਦੇ ਰਹਿੰਦੇ ਨੇ, ਬਾਰ-ਬਾਰ ਰਾਸ ਰਾਹੀਂ ਕਹਿੰਦੇ ਪੂਜਾ ਕਰਦੇ ਨੇ, ਰਾਸ ਰਾਹੀਂ ਦਿਖਾਉਂਦੇ ਨੇ। ਉਹ ਰਾਸ ਨੂੰ ਤਾਂ ਨਿੰਦਿਆ ਗਿਆ, ਉਸ ਰਾਸ ਨੂੰ ਤਾਂ ਗਲਤ ਕਿਹਾ ਗਿਆ। ਸੋ ਉਹ ਤੁਸੀਂ ਫਿਰ ਉਹੀ ਰਾਮਲੀਲਾ ਕਰਨੀ ਸ਼ੁਰੂ ਕਰਤੀ। ਉਹ ਰਾਮਲੀਲਾ ਨਹੀਂ, ਤੁਸੀਂ ਕਹੋਗੇ ਸਾਹਿਬਜ਼ਾਦਿਆਂ ਦੀ ਲੀਲਾ ਕਰ ਰਿਹਾ। ਇਹ ਲੀਲਾ ਇੱਕੋ ਹੀ ਹੈ, ਉਹ ਉੱਪਰਲੇ ਦੀ ਜੋ ਲੀਲਾ ਹੈ, ਬਾਕੀਆਂ ਦੀ ਕੋਈ ਲੀਲਾ ਨਹੀਂ ਹੁੰਦੀ। ਤੇ ਜੇ ਤੁਸੀਂ ਸਾਹਿਬਜ਼ਾਦਿਆਂ ਦੀ ਜਿਹੜੀ ਲਾਸਾਨੀ ਕੁਰਬਾਨੀ ਹੈ, ਜਿਹੜੀ ਸਿੱਖੀ ਦੇ ਵਿੱਚ ਐਡੀਆਂ ਵੱਡੀਆਂ ਕੁਰਬਾਨੀਆਂ ਨੇ, ਉਹਨਾਂ ਨੂੰ ਮੈਂ ਕਹਾਂਗਾ ਵੀ ਤੁਸੀਂ ਹਿੰਦੂਵਾਦ ਦੇ, ਹਿੰਦੂਤਵ ਦੇ, ਬ੍ਰਾਹਮਣਵਾਦ ਦੇ ਭੇਟ ਨਾ ਚੜਾਇਆ ਜਾਵੇ, ਉਹਦੇ ਉੱਤੇ ਕੁਰਬਾਨ ਨਾ ਕੀਤਾ ਜਾਵੇ। ਬਲਕਿ ਮੈਂ ਭੇਟ ਵੀ ਨਹੀਂ ਕਹਾਂਗਾ, ਕਿਉਂਕਿ ਭੇਟ ਤਾਂ ਇਹੀ ਕਹਿੰਦੇ ਨੇ RSS ਵਾਲੀ, ਉਹਦੇ ਉੱਤੇ ਕੁਰਬਾਨ ਨਾ ਕੀਤਾ ਜਾਵੇ। ਸੋ ਇਹਨਾਂ ਨੇ ਤਾਂ ਹਰ ਵਕਤ ਇਹੋ ਹੀ ਗੱਲ ਕਿਹਾ
ਇਹ ਮੈਨੂੰ ਯਾਦ ਹੈ ਇੱਕ ਵਾਰੀ ਸਾਨੂੰ ਸਕੂਲ 'ਚ ਕਹਿੰਦੇ ਵੀ ਆਓ ਤੁਹਾਨੂੰ ਸਿਖਾਉਂਦੇ ਆ, ਉੱਥੇ ਕਹਿੰਦੇ ਸੁਣਾਉਣ ਲੱਗੇ ਇਹੀ ਉਪਦੇਸ਼ ਮਿਲਿਆ ਸਾਨੂੰ ਗੀਤਾ ਤੇ ਗੁਰਬਾਣੀ ਦਾ, ਵੀਰ ਹਕੀਕਤ ਮੌਤ ਕਬੂਲੀ, ਪ੍ਰਵਾਹ ਨਹੀਂ ਹੈ ਜ਼ਿੰਦਗਾਨੀ ਦਾ। ਅੱਛਾ ਲੱਗਦਾ ਸੀ ਗੀਤ, ਬੱਚੇ ਸੀ ਅਸੀਂ, ਸਾਨੂੰ ਚੰਗਾ ਲੱਗਦਾ ਸੀ, ਅਸੀਂ ਗਾਉਂਦੇ ਵੀ ਸੀਗੇ, ਪਰ ਸਵਾਲ ਨਹੀਂ ਉੱਠਦੇ ਸੀ ਮਨ 'ਚ ਵੀ ਉਹ ਗੀਤ ਕੀ ਕਹਿੰਦਾ, ਕਿੱਧਰ ਨੂੰ ਲੈ ਕੇ ਜਾਂਦਾ। ਸੋ ਸਾਨੂੰ ਗੁੜ ਦੇ ਵਿੱਚ ਘੋਲ ਕੇ ਜ਼ਹਿਰ ਦਿੱਤੀ ਜਾ ਰਹੀ ਹੈ ਸਿੱਖਾਂ ਨੂੰ। ਜੇ ਸਿੱਖਾਂ ਨੇ ਉਹ ਲੈਣੀ ਹੈ ਤੇ ਫਿਰ ਸਿੱਖਾਂ ਦੇ ਜਿਹੜੇ ਨੁਮਾਇੰਦੇ ਨੇ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ DGMSC ਦਾ ਅੱਧੇ ਉਹੀ ਪਾਸਾ ਹੋ ਹੀ ਗਿਆ ਉਹਨਾਂ ਨਾਲ, ਤੇ ਉਹ ਫਿਰ ਜੋ ਮਰਜ਼ੀ ਕਰ ਲੈਣ, ਉਹ ਤਾਂ ਉਹਨਾਂ ਦਾ ਕੰਮ ਹੈ। ਜੇ ਅੱਜ ਇਹਨਾਂ ਨੇ ਕੌਮ ਨੂੰ ਉਸ ਪਾਸੇ ਲੈ ਕੇ ਜਾਣਾ ਹੈ ਤੇ ਲੈ ਜਾਣ, ਨਹੀਂ ਤਾਂ ਇਹਦਾ ਬਿਲਕੁਲ ਵਿਰੋਧ ਕਰ ਦੇਣਾ ਚਾਹੁੰਦੇ ਵੀ ਬਿਲਕੁਲ ਨਹੀਂ ਮਨਜ਼ੂਰ। ਜੀ ਬਿਲਕੁਲ। ਡਾਕਟਰ ਸਾਹਿਬ ਹੁਣ ਕਿਸਾਨੀ ਮਸਲੇ ਵੱਲ ਵੱਧਦੇ ਹਾਂ। ਕਿਸਾਨ ਆਗੂਆਂ ਵੱਲੋਂ ਇਹ ਗੱਲ ਕਹੀ ਗਈ ਹੈ, ਬੀਤੇ ਦੋ ਦਿਨ ਪਹਿਲਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਵੀ ਇਹ ਗੱਲ ਕਹੀ ਸੀ ਕਿ 2 ਦਿਨ ਦਾ ਟਾਈਮ ਤੁਸੀਂ ਰੁਕ ਜਾਓ, 2 ਦਿਨਾਂ ਦੇ ਵਿੱਚ ਸਾਰੀ ਪਿਕਚਰ ਕਲੀਅਰ ਹੋ ਜਾਊਗੀ, ਕੈਂਡੀਡੇਟਾਂ ਦੀ ਪਿਕਚਰ ਵੀ ਕਲੀਅਰ ਹੋ ਜਾਊਗੀ, ਸਾਡਾ ਮੈਨੀਫੈਸਟੋ ਵੀ ਆਉਣ ਵਾਲਾ। ਮੈਨੀਫੈਸਟੋ ਦੇ ਵਿੱਚ ਉਹੀ ਅਸੀਂ ਗੱਲਾਂ ਕਰਾਂਗੇ ਜਿਹੜੇ ਅਸੀਂ ਲਾਗੂ ਕਰਨ ਦੇ, ਜਿਨ੍ਹਾਂ ਗੱਲਾਂ ਨੂੰ ਅਸੀਂ ਸਮਰੱਥ ਹੋਵਾਂਗੇ। ਗੁਰਨਾਮ ਸਿੰਘ ਚਰੂਨੀ ਨਾਲ ਆਉਣਗੇ ਤੇ ਪੰਜਾਬ ਦੀ ਮੌਜੂਦਾ ਸਿਆਸਤ ਨੂੰ ਕਿਸਾਨੀ ਅੰਦੋਲਨ ਪ੍ਰਭਾਵਿਤ ਕਰੂਗਾ, ਕਿਸ ਹੱਦ ਤੱਕ ਪ੍ਰਭਾਵਿਤ ਕਰੂਗਾ ਸਾਡੇ ਦਰਸ਼ਕਾਂ ਨੂੰ ਡਾਕਟਰ ਸਾਹਿਬ ਤੁਸੀਂ ਦੱਸਣਾ, ਕਿਉਂਕਿ ਪਿਕਚਰ ਹਜੇ ਤੱਕ ਕਲੀਅਰ ਨਹੀਂ ਹੋ ਪਾ ਰਹੀ ਹੈਗੀ। ਜੋ ਪੰਜਾਬ ਦੇ ਵਸਨੀਕ ਨੇ ਇਹ ਅਜੇ ਤੱਕ ਇਹ ਗੱਲ ਨਹੀਂ ਸਮਝ ਪਾ ਰਹੇ ਕਿ ਕਿਸਾਨ ਆਗੂ ਕਿਸ ਹੱਦ ਤੱਕ ਪ੍ਰਭਾਵਿਤ ਕਰਨਗੇ, ਕਿਹਦਾ ਨੁਕਸਾਨ ਕਰਨਗੇ, ਕਿਸ ਸਿਆਸੀ ਧਿਰ ਨੂੰ ਕਿਸਾਨ ਆਗੂਆਂ ਦੇ ਲੜਨ ਦਾ ਫਾਇਦਾ ਹੋਊਗਾ, ਕਿਸਾਨ ਅੰਦੋਲਨ ਚੋਂ ਨਿਕਲਿਆ ਹੋਇਆ SSM ਕਿੱਥੋਂ ਤੱਕ ਸੱਤਾ ਦੇ ਵਿੱਚ ਆਉਣ ਲਈ ਸਮਰੱਥ ਹੈ। ਸਾਰੀ ਗੱਲਬਾਤ ਡਾਕਟਰ ਸਾਹਿਬ ਦਰਸ਼ਕ ਨੂੰ ਕਲੀਅਰ ਸਮਝਾਓ ਤਾਂ ਦਰਸ਼ਕ ਸਾਡੇ ਸਮਝ ਸਕਣ ਕਿ ਅਸਲ ਦੇ ਵਿੱਚ ਪਿਕਚਰ ਆ ਬਣਨ ਜਾ ਰਹੀ ਹੈ। ਦੇਖੋ ਗੱਲ ਇਹ ਹੈ ਵੀ ਹੁਣ ਪੰਜਾਬ 'ਚ 5 ਧਿਰਾਂ ਬਣ ਗਈਆਂ ਜੀ। 5 ਚੋਂ 3 ਪਹਿਲਾਂ ਰਵਾਇਤੀ ਕਹਿ ਲਓ ਜੋ ਵੀ ਆ, ਚੌਥੀ ਵੀ ਰਵਾਇਤੀ ਹੋਈ ਹੈ। ਜਿਹੜੇ BJP ਨੇ ਜੋੜੇ ਨੇ ਉਹ ਵੀ ਹੈਗਾ ਤਾਂ ਰਵਾਇਤੀ ਬੰਦੇ ਉਹਨਾਂ ਦੇ ਵਿੱਚ ਸ਼ਾਮਲ ਹੋਏ, ਕੋਈ ਕਿਵੇਂ ਹੋਇਆ ਕੋਈ ਕਿਵੇਂ ਹੋਇਆ, ਚਾਹੇ ਉਹ ਢੀਂਡਸਾ ਸਾਹਿਬ ਹੋਏ ਨੇ ਚਾਹੇ ਕੈਪਟਨ ਸਾਹਿਬ ਹੋਏ ਨੇ, ਉਹ ਸਾਰੇ ਰਵਾਇਤੀ ਹੋਈ ਨੇ। ਤੇ ਇੱਕ ਨਵੀਂ ਸਿਆਸਤ ਹੈ, ਇਹ ਰਵਾਇਤੀ ਨਹੀਂ ਹੈ, ਇਹ ਗੱਲ ਮੰਨਣ ਵਾਲੀ ਹੈ ਜਿਹੜੀ ਸੰਯੁਕਤ ਸਮਾਜ ਮੋਰਚੇ ਦੀ ਹੈ। ਪਰ ਇਹਦੇ ਵਿੱਚ ਇੱਕ ਵੱਡੀ ਗੱਲ ਹੈ ਵੀ ਕਹਿੰਦੇ ਕਿ ਪਹਿਲਾਂ ਹੀ ਸਿਰ ਮਨਾਦੀ ਔਲੇ ਪੜੇ ਵਾਲੀ ਗੱਲ ਹੈ ਵੀ ਇਹ ਪਹਿਲਾਂ ਹੀ 32 ਜਥੇਬੰਦੀ ਟੁੱਟ ਕੇ ਆਏ ਨੇ ਤੇ ਇਹਨਾਂ ਨੇ ਆਪਦਾ ਮੋਰਚਾ ਵੱਖਰਾ ਬਣਾ ਲਿਆ। ਫਿਰ ਇਹਨਾਂ ਨੇ ਉੱਥੇ ਜਲੰਧਰ ਦੇ ਵਿੱਚ ਲੱਗਦਾ ਸੀ ਵੀ ਚੰਗਾ ਕਾਨਫਰੰਸ ਕਰੀਏ ਅੱਗੇ, ਉਹਦੇ 'ਚ ਜਿਹੜਾ ਐਲਾਨ ਕਰਿਆ ਵੀ ਸਾਡੀਆਂ ਕਮੇਟੀਆਂ ਹੋਣਗੀਆਂ, ਉਹਨਾਂ 'ਚ ਇੱਕ ਕਮੇਟੀ ਜਿਹੜੀ ਮੈਨੀਫੈਸਟੋ ਕਮੇਟੀ ਸੀ ਜਿਹਦੀ ਤੁਸੀਂ ਜ਼ਿਕਰ ਕਰਿਆ ਵੀ ਰਾਜੇਵਾਲ ਸਾਹਿਬ ਕਹਿੰਦੇ ਨੇ ਅਸੀਂ ਉਹੀ ਕਰਾਂਗੇ ਕਹਾਂਗੇ ਜੋ ਅਸੀਂ ਕਰ ਸਕਦੇ ਹਾਂ, ਤੇ ਉਹ ਮੈਨੀਫੈਸਟੋ ਕਮੇਟੀ ਦੇ ਬੰਦੇ ਉੱਥੇ ਬੈਠੇ ਸੀ। ਉਦੋਂ ਤਾਂ ਉਹਨਾਂ ਨੇ ਕੋਈ ਨਹੀਂ ਕਿਹਾ ਵੀ ਅਸੀਂ ਤੁਹਾਡੀ ਮੈਨੀਫੈਸਟੋ ਕਮੇਟੀ ਦੇ ਨਹੀਂ ਬਣਨਾ। ਬਾਅਦ 'ਚ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਵੀ ਸਾਨੂੰ ਤਾਂ ਬਿਨਾਂ ਪੁੱਛੇ ਬਣਾ ਲਿਆ, ਜਿੱਥੇ ਸ਼ੁਰੂ ਤੋਂ ਹੀ ਇੱਦਾਂ ਦੀਆਂ ਗੱਲਾਂ ਆਉਣੀਆਂ ਸ਼ੁਰੂ ਹੋ ਜਾਣ। ਨਾਲੇ ਉਹ ਜੂਝਦਾ ਪੰਜਾਬ ਵਾਲੇ ਕਹਿੰਦੇ ਸੀ ਕਿਸਾਨ ਮੋਰਚੇ ਨੂੰ ਉਹ ਕਰਨਾ। ਮੈਨੂੰ ਸਮਝ ਨਹੀਂ ਆਉਂਦੀ ਵੀ ਸੰਯੁਕਤ ਸਮਾਜ ਮੋਰਚੇ ਨੂੰ ਜੇ ਉਹ ਸਮਰਥਨ ਦੇ ਰਹੇ ਨੇ ਤਾਂ ਉਹ ਫਿਰ ਉਹਨਾਂ ਦਾ ਮੈਨੀਫੈਸਟੋ ਬਣਾ ਦਿੰਦੇ, ਉਹਨਾਂ ਨੇ ਤਾਂ ਕੋਈ ਨਾ ਨਹੀਂ ਕਰੀ ਸੀ। ਤੇ ਜਾਂ ਉਦੋਂ ਹੀ ਨਾ ਕਰ ਦਿੰਦੇ ਵੀ ਦੇਖੋ ਜੀ ਤੁਸੀਂ ਕਹਿ ਰਹੇ ਹੋ ਇਹ ਸਾਤੋਂ ਕੰਮ ਨਹੀਂ ਹੋਣਾ, ਤੁਸੀਂ ਸਾਡੇ ਵਾਲਾ ਕਾਗਜ਼ ਜੋ ਲਿਖਿਆ ਹੋਇਆ ਕਿਤਾਬ 'ਚ ਉਹਨੂੰ ਦੇਖ ਕੇ ਆਪਦਾ ਬਣਾ ਲਓ ਜੋ ਵੀ ਬਣਾਉਣਾ। ਮੌਕੇ ਤੇ ਤਾਂ ਕਿਹਾ ਨਹੀਂ, 2 ਦਿਨ ਚੱਲਦਾ ਰਿਹਾ, ਫਿਰ ਦੂਜੇ ਤੀਜੇ ਦਿਨ ਆ ਕੇ ਕਰਨਾ। ਇਹ ਗੱਲ ਕੋਈ ਮੈਨੂੰ ਐਂ ਲੱਗਦਾ ਵੀ ਸ਼ੁਰੂ 'ਚ ਇੱਦਾਂ ਹੀ। ਦੂਜਾ ਪਾਸਾ ਜੇ ਅਸੀਂ ਦੇਖੀਏ, ਦੂਜਾ ਪਾਸਾ ਇਹ ਹੈ ਵੀ ਜਦ ਤੁਸੀਂ ਠੀਕ ਹੈ, ਇੱਕ ਤਾਂ ਦਿਨ ਬਹੁਤ ਥੋੜ੍ਹੇ ਰਹਿ ਗਏ, 20 ਤਰੀਕ ਨੂੰ ਤਾਂ ਨੋਮੀਨੇਸ਼ਨ ਸ਼ੁਰੂ ਹੋ ਜਾਣੀਆਂ ਨੇ, 14 ਇੱਕ ਮਹੀਨਾ ਹੀ ਰਹਿ ਗਿਆ, ਜਦੋਂ ਚੋਣ ਦੇ ਵਿੱਚ 31 ਦਿਨ ਹੀ ਰਹਿ ਗਏ। ਸੋ 32 ਦਿਨਾਂ ਨੂੰ ਤਾਂ ਚੋਣ ਹੋ ਹੀ ਜਾਣੀ ਹੈ, 32ਵੇਂ ਦਿਨ ਤਾਂ। ਤੇ ਉਹਦੇ ਵਿੱਚ ਮੈਨੂੰ ਐਂ ਲੱਗਦਾ ਹੈ ਵੀ ਇਹ ਕਾਫੀ ਕੰਮ ਹੈ, ਕੰਮ ਬਹੁਤ ਜ਼ਿਆਦਾ ਸੰਯੁਕਤ ਸਮਾਜ ਮੋਰਚੇ ਦੇ ਕੋਲੇ। ਸੰਯੁਕਤ ਸਮਾਜ ਮੋਰਚਾ ਪ੍ਰਭਾਵਿਤ ਕਰੇਗਾ ਪੰਜਾਬ ਦੀ ਚੋਣ ਨੂੰ। ਜਿਹੜੇ ਤਾਂ ਕਹਿੰਦੇ ਨੇ ਬਿਲਕੁਲ ਹਨੇਰੀ ਢਾ ਦੇਗਾ, ਉਹ ਤਾਂ ਅਜੇ ਦਿਖਦੀ ਨਹੀਂ। ਕੋਈ ਕਰਵਟ ਐਸੀ ਆ ਜਾਏ ਤਾਂ ਵੱਖਰੀ ਗੱਲ ਹੈ, ਪਰ ਇਹ ਉਹਨੂੰ ਪ੍ਰਭਾਵਿਤ ਜ਼ਰੂਰ ਕਰੇਗਾ ਚੋਣ ਨੂੰ। ਉਹਦੇ ਵਿੱਚ ਇਹ BJP ਦਾ ਜਿਹੜਾ ਉਦੇਸ਼ ਹੈ ਉਹ ਪੂਰਾ ਹੋਏਗਾ, ਕਿਉਂਕਿ ਉਹ ਕਹਿੰਦੇ ਨੇ ਵੀ ਹੰਗ ਅਸੈਂਬਲੀ ਬਣ ਜੇ। ਸੋ ਜੇ ਅਸੈਂਬਲੀ ਦੇ ਵਿੱਚ ਕਿਸੇ ਧਿਰ ਦੀ ਵੀ ਮੈਜੋਰਟੀ ਨਹੀਂ ਆਉਂਦੀ ਤਾਂ BJP ਦੇ ਹੱਥ 'ਚ ਗੇਮ ਆ ਜਾਊਗੀ। ਜਿਵੇਂ ਹੁਣ ਅਕਾਲੀਆਂ ਚੋਂ, ਆਪ ਚੋਂ, ਕਾਂਗਰਸ ਚੋਂ ਤੇ ਭੱਜ ਕੇ ਲੋਕ ਉਹਨਾਂ 'ਚ ਸ਼ਾਮਲ ਹੋ ਰਹੇ ਨੇ, BSP ਚੋਂ ਵੀ ਸ਼ਾਇਦ ਹੋ ਜਾਣ, ਤਾਂ ਫਿਰ ਉਹਨਾਂ ਦੇ ਹੱਥ 'ਚ ਤਾਂ ਗੇਮ ਆਈ ਜਾਊ। ਫਿਰ ਜਿਹੜੇ ਉਹੇ ਜਿਹੇ ਨੇ, ਜਿਵੇਂ ਆ ਚੰਡੀਗੜ੍ਹ 'ਚ ਹੋਇਆ, ਆਪ ਨੇ ਜ਼ਿਆਦਾ ਸੀਟਾਂ ਲੈ ਕੇ ਵੀ ਮੇਅਰ ਨਹੀਂ ਬਣਾ ਸਕੇ, ਇੱਦਾਂ ਹੀ ਉੱਥੇ ਹੋ ਜਾਊਗਾ ਵੀ ਸੰਯੁਕਤ ਕਿਸਾਨ ਮੋਰਚਾ ਸਮਾਜ ਮੋਰਚਾ ਜੇ ਸੀਟਾਂ ਵੀ ਲੈ ਲੂਗਾ ਤਾਂ ਵੀ ਸ਼ਾਇਦ ਸਰਕਾਰ ਕਿੰਨੀ ਬਣਾਉਂਦੇ ਨੇ ਕਿੰਨੀ ਨਹੀਂ ਬਣਾਉਂਦੇ, ਇੱਕ ਸਵਾਲ ਰਹੇਗਾ। ਦੂਜਾ ਸਾਡੇ ਸਾਹਮਣੇ ਜਿਹੜੀ ਸਮੱਸਿਆ ਹੈ
ਵੀ ਅੱਜ ਸਵਾਲ ਤਾਂ ਜਾਇਜ਼ ਹੈ ਵੀ ਲੋਕ ਸੋਚਦੇ ਨੇ ਕੀ ਹੋਊਗਾ, ਪਰ ਅੱਜ ਹੀ ਉਸ ਸਵਾਲ ਦਾ ਜਵਾਬ ਦ੍ਰਿੜਤਾ ਨਾਲ ਪੱਕੇ ਤੌਰ ਤੇ ਦੇਣਾ ਔਖਾ। ਕਾਫੀ ਦਿਨ ਨੇ ਅਜੇ, ਜਿੰਨਾ ਚਿਰ ਨੋਮੀਨੇਸ਼ਨਾਂ ਨਹੀਂ ਹੁੰਦੀਆਂ ਸ਼ੁਰੂ ਤੇ ਅਜੇ ਤਾਂ ਇਹਨਾਂ ਨੇ ਕੈਂਡੀਡੇਟ 117 ਕੈਂਡੀਡੇਟ ਇਹਨਾਂ ਨੇ ਖੜੇ ਕਰਨੇ ਨੇ। 117 ਕੈਂਡੀਡੇਟ ਖੜੇ ਕਰਨ ਵਾਸਤੇ ਕੌਣ ਕੌਣ ਇਹਨਾਂ ਕੋਲ, ਇਹਨਾਂ ਨੇ ਅਰਜ਼ੀਆਂ ਮੰਗੀਆਂ ਨੇ, ਕੋਈ ਪ੍ਰਫਾਰਮਾ ਜਾਰੀ ਕਰਿਆ, ਉਹਦੇ ਉੱਤੇ ਅਰਜ਼ੀਆਂ ਆਉਂਦੀਆਂ ਨੇ, ਉਹਦੇ ਤੇ ਕਮੇਟੀ ਕਿਹੜੀ ਬਣਦੀ ਹੈ, ਉਹ ਕਮੇਟੀ ਦੇ ਉੱਤੇ ਕੋਈ, ਜਿਵੇਂ ਆਪ ਵਾਲਿਆਂ ਨੇ ਪਹਿਲਾਂ ਬਣਾਈ ਸੀ, ਉਹ ਜਿਹੜੇ ਆਪ ਵਾਲਿਆਂ ਨੇ ਚੋਣ ਕਰੀ ਸੀ ਉਹ ਸਾਰੇ ਬਾਹਰ ਨਿਕਲ ਗਏ ਸੀ ਬਾਅਦ 'ਚ। ਸੋ ਇਸ ਤਰ੍ਹਾਂ ਦਾ ਕੋਈ ਪਤਾ ਨਹੀਂ ਹੁੰਦਾ ਵੀ ਇਹ ਕਿਵੇਂ ਚੋਣ ਕਰਨਗੇ, ਕਿਵੇਂ ਇਹ ਉਹਨਾਂ ਨੂੰ ਦੇਣਗੇ। ਲੋਕ ਅਧਿਕਾਰ ਲਹਿਰ ਨਾਲ ਇਹਨਾਂ ਦਾ ਸਮਝੌਤਾ, ਉਹਨਾਂ ਨੂੰ ਕਿੰਨੀਆਂ ਸੀਟਾਂ ਦੇਣਗੇ, ਚਡੂਨੀ ਸਾਹਿਬ ਨੂੰ ਕਿੰਨੀਆਂ ਦੇਣਗੇ, ਸਾਰੇ ਮਸਲੇ ਤੈਅ ਕਰਨ ਵਾਲੇ ਨੇ ਜੀ। ਅਜੇ ਲੋਕਾਂ ਦੇ ਸਾਹਮਣੇ ਆਏ ਨਹੀਂ, ਅੰਦਰੋਂ ਅੰਦਰੀ ਤੈਅ ਹੋਣ, ਮਾੜੀ ਮੋਟੀ ਗੱਲ ਹੋਈ ਹੋਵੇ ਤਾਂ ਹੋ ਸਕਦਾ ਹੈ, ਪਰ ਮੈਨੂੰ ਲੱਗਦਾ ਨਹੀਂ ਵੀ ਅੰਦਰੋਂ ਹੀ, ਕਿਉਂਕਿ ਚਡੂਨੀ ਸਾਹਿਬ ਤਾਂ ਕੱਲ੍ਹ ਹੀ ਆਏ ਨੇ। ਲੋਕ ਅਧਿਕਾਰ ਨਾਲ ਤਾਂ ਚਲੋ ਪਹਿਲਾਂ ਕੁਛ ਦਿਨਾਂ ਤੋਂ ਚੱਲ ਰਿਹਾ ਸੀ ਇਹਨਾਂ ਦਾ। ਇੱਕ ਤਾਂ ਇਹਦੇ ਵਿੱਚ ਅਜੇ ਅਨਿਸ਼ਚਿਤ ਹੈ ਕਿ ਤੁਸੀਂ ਇਹ ਨਹੀਂ ਦੱਸ ਸਕਦੇ ਵੀ ਕਦ ਕੀ ਹੁੰਦਾ ਹੈ। ਦੂਜਾ ਇਹਦੇ 'ਚ ਅਨਿਸ਼ਚਿਤਤਾ ਇਹ ਵੀ ਹੈ ਵੀ ਬਾਰ-ਬਾਰ ਜਿਹੜਾ ਰਾਜੇਵਾਲ ਸਾਹਿਬ ਬਿਆਨ ਦਿੰਦੇ ਨੇ, ਉਹ ਕਹਿੰਦੇ ਨੇ ਵੀ ਉਗਰਾਹਾਂ ਸਾਹਿਬ ਜੋ ਮਰਜ਼ੀ ਕਹਿਣ, ਉਹ ਸਾਡੇ ਨਾਲ ਨੇ, ਉਹ ਸਾਨੂੰ ਵੋਟ ਪਾਉਂਦੇ ਨੇ, ਉਹ ਸਰਪ੍ਰਸਤ ਜੋ ਮਰਜ਼ੀ ਕਹਿ ਦੇਣ। ਉਗਰਾਹਾਂ ਸਾਹਿਬ ਦਾ ਅੱਜ ਫੇਰ ਬਿਆਨ ਹੈ, ਪੰਜਾਬੀ ਟ੍ਰਿਬਿਊਨ 'ਚ ਲੱਗਿਆ ਹੋਇਆ। ਜੀ ਕੱਲ ਲੱਗਿਆ ਸੀ ਵੀ ਉਹਨਾਂ ਨੇ ਬਾਈਕਾਟ ਕਰਿਆ, ਅੱਜ ਉਹ ਲੱਗਿਆ ਹੋਇਆ ਉਹਨਾਂ ਨੇ ਕਿਹਾ ਵੀ ਅਸੀਂ ਬਾਈਕਾਟ ਨਹੀਂ ਕਰਿਆ, ਅਸੀਂ ਚੋਣਾਂ ਤੋਂ ਆਪਣੇ ਆਪ ਨੂੰ ਅਲੱਗਾ ਕਰਿਆ। ਅਲੱਗਾ ਕਰਨ ਦਾ ਸਾਡਾ ਮਤਲਬ ਇਹ ਹੈ, ਅਸੀਂ ਚੋਣਾਂ ਤੋਂ ਮਤਲਬ ਨਿਰੰਕੁਸ਼, ਅਸੀਂ ਵੱਖਰੇ ਰਹਾਂਗੇ ਚੋਣਾਂ ਤੋਂ। ਵੱਖਰੇ ਰਹਿਣ ਦਾ ਕਹਿੰਦੇ ਡਿਫਾਈਨ ਸਾਡਾ ਅਲੂਪ ਕਹਿੰਦੇ ਨੇ ਜਿਹਨੂੰ, ਨਿਵੇਕਲੇ ਰਹਿਣਾ, ਵੱਖਰੇ ਰਹਿਣਾ, ਇਕੱਲੇ ਰਹਿਣਾ। ਉਹ ਇਹ ਹੈ ਵੀ ਅਸੀਂ, ਸਾਡਾ ਕੋਈ ਵੀ ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਦਾ ਲੀਡਰ ਨਾ ਚੋਣ ਲੜੇਗਾ ਤੇ ਨਾ ਕਿਸੇ ਦੀ ਮਦਦ ਕਰੇਗਾ। ਆਪਦੀ ਵੋਟ ਉਹ ਜਿੱਥੇ ਮਰਜ਼ੀ ਪਾਵੇ ਕੋਈ। ਸਾਡੇ ਸਾਰੇ, ਕਿਉਂਕਿ ਅਸੀਂ ਸਾਰੇ ਧਰਮਾਂ ਨੂੰ, ਸਾਰੀਆਂ ਸਿਆਸੀ ਪਾਰਟੀਆਂ ਦੇ ਬੰਦਿਆਂ ਨੂੰ ਕਿਸਾਨੀ ਮੁੱਦਿਆਂ 'ਤੇ ਇਕੱਠੇ ਕਰਦੇ ਹਾਂ, ਇਹੀ ਸਾਡੀ ਤਾਕਤ ਹੈ। ਇਹਦੇ ਵਿੱਚ ਉਹਨਾਂ ਨੂੰ ਖੁੱਲ੍ਹ ਹੈ, ਉਹ ਜਿੱਥੇ ਜਿੱਥੇ ਵੋਟ ਪਾਉਣੀ ਚਾਹੁੰਦੇ ਨੇ ਪਾਉਣ, ਨਹੀਂ ਪਾਉਣੀ ਚਾਹੁੰਦੇ ਨਾ ਪਾਉਣ। ਪਰ ਸਾਡੇ ਜਿਹੜੇ ਲੀਡਰ ਨੇ ਉਹ ਨਹੀਂ ਕਿਸੇ ਪਾਰਟੀ ਦਾ ਨਾ ਤਾਂ ਸਮਰਥਨ ਕਰਨਗੇ, ਨਾ ਉਹਨਾਂ ਦੀ ਗੱਡੀ ਚੜ੍ਹਨਗੇ, ਨਾ ਉਹਨਾਂ ਦੀ ਰੈਲੀ ਨੂੰ ਐਡਰੈਸ ਕਰਨਗੇ, ਨਾ ਉਹ ਆਪ ਖੜੇ ਹੋਣਗੇ ਕਿਤੇ ਵੀ। ਇਹ ਉਹਨਾਂ ਦਾ ਨਿਸ਼ਾਨਾ ਹੈ ਤੇ ਉਹਨਾਂ ਦੇ 1600-1700 ਪਿੰਡਾਂ 'ਚ ਪ੍ਰਭਾਵ ਹੈਗਾ। ਫਿਰ ਵੀ ਜਿਹੜੇ ਉਹਨਾਂ ਨਾਲ ਜੁੜੇ ਹੋਏ ਨੇ ਉਹ ਵੋਟ ਤਾਂ ਪਾਉਣਗੇ ਕਿਤੇ ਨਾ ਕਿਤੇ। ਸੋ ਉਹਦੇ ਵਿੱਚੋਂ ਗੱਲ ਇਹ ਨਿਕਲਦੀ ਹੈ ਮੋਟੇ ਤੌਰ ਤੇ ਵੀ ਜਿਹੜੇ ਤਾਂ ਕਿਸਾਨ ਜੁੜੇ ਨੇ ਅਕਾਲੀ ਦਲ ਨਾਲ, ਉਹਨਾਂ ਚੋਂ ਕੁਝ ਟੁੱਟ ਕੇ ਸੰਯੁਕਤ ਮੋਰਚੇ ਨੂੰ ਵੋਟ ਪਾਉਣਗੇ। ਅਕਾਲੀ ਦਲ ਨੂੰ ਨਹੀਂ ਵਧਣੀ ਵੋਟ ਸੰਯੁਕਤ ਸਮਾਜ ਮੋਰਚੇ ਨਾਲ, ਬਲਕਿ ਸੰਯੁਕਤ ਸਮਾਜ ਮੋਰਚੇ ਨੂੰ ਅਕਾਲੀ ਦਲ ਵਾਲੇ ਵੀ ਪਾਉਣਗੇ, ਕੁਝ ਕਾਂਗਰਸੀ ਵੀ ਪਾਉਣਗੇ, ਕੁਝ ਆਪ ਵਾਲੇ ਵੀ ਪਾਉਣਗੇ, ਕੁਝ ਜਿਹੜੇ ਹੈਗੇ ਨੇ ਜਿਹੜੇ ਢੀਂਡਸਾ ਸਾਹਿਬ ਨਾਲ ਜੁੜੇ ਕਿਸਾਨ ਹੋਣਗੇ ਉਹ ਵੀ ਪਾਉਣਗੇ। ਕੈਪਟਨ ਸਾਹਿਬ ਨਾਲ ਤਾਂ ਕਿਸਾਨ ਕੋਈ ਜੁੜਿਆ ਹੋਇਆ ਹੈ ਨਹੀਂ, ਉਹਨਾਂ ਨਾਲ ਲੀਡਰੀ ਨੇ, ਉਹਨਾਂ ਨਾਲ ਤਾਂ ਬੀਜੇਪੀ ਨਾਲ ਜਿਹੜੇ ਜੁੜੇ ਹੋਏ ਨੇ ਉਹ ਪੱਕੇ ਨੇ, ਉਹਨਾਂ ਨੇ ਕਿਸੇ ਨਾਲ ਨਹੀਂ ਪਾਉਣੀ, ਉਹਨਾਂ ਨੇ ਬੀਜੇਪੀ ਨੂੰ ਹੀ ਪਾਉਣੀ। ਉਹ ਤਾਂ ਬੀਜੇਪੀ ਨਾਲ ਐਨ ਡਟ ਕੇ ਵੀ ਠੀਕ ਆ, ਜੋ ਇਹ ਕਰਦੇ ਨੇ ਠੀਕ ਆ, ਚੰਗਾ ਮਾੜਾ ਜੋ ਵੀ ਹੈ। ਸੋ ਇਸ ਕਰਕੇ ਸੰਯੁਕਤ ਸਮਾਜ ਮੋਰਚੇ ਨੂੰ ਵੋਟਾਂ ਮਿਲਣਗੀਆਂ ਆਪ ਵਾਲਿਆਂ ਤੋਂ, ਅਕਾਲੀਆਂ ਤੋਂ ਤੇ ਕਾਂਗਰਸ ਵਾਲਿਆਂ ਤੋਂ। ਇਹ ਤਿੰਨ ਧਿਰਾਂ ਤੋਂ ਉਹਨਾਂ ਨੂੰ ਜ਼ਿਆਦਾ ਵੋਟਾਂ ਆਉਣਗੀਆਂ, ਜਾਂ ਫਿਰ ਜਿਹੜਾ ਢੀਂਡਸਾ ਸਾਹਿਬ ਦਾ ਧੜਾ ਹੈ ਉਹਦੇ ਨਾਲ ਜਿਹੜੇ ਸੰਗਰੂਰ ਬਰਨਾਲੇ ਜ਼ਿਲ੍ਹੇ 'ਚ ਲੋਕ ਜੁੜੇ ਹੋਏ ਨੇ ਕਿਸਾਨ, ਪਹਿਲਾਂ ਉਹਨਾਂ ਨਾਲ ਸਿਆਸੀ ਤੌਰ ਤੇ ਜਥੇਬੰਦਕ ਤੌਰ ਤੇ ਦੂਜਿਆਂ ਨਾਲ, ਉਹਨਾਂ ਕੋਲੋਂ ਆਉਣਗੀਆਂ। ਸੋ ਸੰਯੁਕਤ ਕਿਸਾਨ ਸਮਾਜ ਮੋਰਚੇ ਨੇ ਜੋ ਕਰਨਾ ਹੈ ਉਹਦੇ ਸਾਹਮਣੇ 2-3 ਕੰਮ ਵੱਡੇ ਨੇ ਆ ਅਗਲੇ ਹਫ਼ਤੇ ਦੇ ਵਿੱਚ ਕਰਨ ਵਾਲੇ। ਇੱਕ 117 ਕੈਂਡੀਡੇਟ ਜਿਹੜੇ ਹੈਗੇ ਨੇ ਆਪਣੇ ਉਮੀਦਵਾਰ, ਉਹਨਾਂ ਦੀ ਨਿਰਪੱਖ ਚੋਣ ਕਰਨੀ, ਜਿਹਦੇ ਵਿੱਚ ਕੋਈ ਝਗੜੇ ਘੱਟ ਹੋਣ। ਝਗੜਾ ਤਾਂ ਹੁਣ ਹਟਦਾ ਨਹੀਂ ਹੁੰਦਾ, ਕਦੀ ਵੀ ਮਤਭੇਦ ਰਹਿੰਦੇ ਨੇ, ਪਰ ਪਬਲਿਕ ਦੇ ਵਿੱਚੋਂ ਝਗੜੇ ਘੱਟ ਤੋਂ ਘੱਟ ਜਾਣ। ਇੱਕ ਤਾਂ ਉਹਨਾਂ ਸਾਹਮਣੇ ਇਹ ਹੈ। ਦੂਜਾ ਉਹਨਾਂ ਸਾਹਮਣੇ ਵੱਡਾ ਇਹ ਹੈ ਕਿ ਉਹਨਾਂ ਨੇ ਇੱਕ ਮੈਨੀਫੈਸਟੋ, ਜਿਵੇਂ ਉਹ ਕਹਿੰਦੇ ਨੇ ਵੀ ਅਸੀਂ ਆਹ ਕਰਾਂਗੇ, ਉਹ ਮੈਨੀਫੈਸਟੋ ਜਾਰੀ ਕਰਨਾ ਪਊਗਾ। ਮੈਂ ਹੁਣੀ ਦੇਖ ਲਿਆ ਸੀ ਵੀ ਜੇ ਸਿੱਖਿਆ 'ਚ ਕਰਨਾ ਹੋਵੇ ਕੀ ਕਰਨਾ ਪਊਗਾ, ਕੀ ਕਹਿਣਗੇ, ਕਿਉਂਕਿ ਜਦ ਤੱਕ ਤੁਸੀਂ ਉਹਦੀ ਬਰੀਕੀ ਨਹੀਂ ਸਮਝਦੇ, ਜੇ ਤੁਸੀਂ ਬਿਮਾਰੀ ਨਹੀਂ ਸਮਝੇ ਇਲਾਜ ਕਿੱਥੋਂ ਕਰ ਦੋਗੇ। ਤੁਸੀਂ ਕਹੋ ਵੀ ਮੈਂ ਤਾਂ ਜੀ ਇਲਾਜ ਠੀਕ ਕਰੂੰਗਾ, ਜਾਂ ਮੈਂ ਤਾਂ ਉਹੀ ਦਵਾਈ ਦਊਂ ਜਿਹੜੀ ਦੇ ਸਕਦਾ, ਪਰ ਕੀ ਬਿਮਾਰੀ ਪਤਾ ਤੁਹਾਨੂੰ? ਬਿਮਾਰੀ ਸਮਝ ਲਈ, ਬਿਨਾਂ ਬਿਮਾਰੀ ਸਮਝੇ ਇਲਾਜ ਕਿਵੇਂ ਕਰੋਗੇ? ਵੈਦਾ ਵੈਦ ਸੋ ਵੈਦ ਤੋਂ ਪਹਿਲਾਂ ਰੋਗ ਪਛਾਣ, ਰੋਗ ਪਹਿਲਾਂ ਪਛਾਣਨਾ। ਰੋਗ ਤੇ ਦਾਰੂ ਦੋਵੇਂ ਬੁੱਝਣੇ ਨੇ। ਸੋ ਇਸ ਕਰਕੇ ਇੱਕ ਇਹ ਵੀ ਸਮੱਸਿਆ ਉਹਨਾਂ ਦੇ ਸਾਹਮਣੇ ਹੈ, ਜਿਹੜੀ ਇਹਨਾਂ ਨੇ ਇਸੇ ਹਫ਼ਤੇ ਦੇ ਵਿੱਚ ਹੀ ਇਹਨਾਂ ਨੂੰ ਹੱਲ ਕਰਨੀ ਪਊ, ਕਿਉਂਕਿ ਮੈਨੀਫੈਸਟੋ 'ਚ ਲਿਖਣੀ ਪਊਗੀ, ਲਿਖ ਕੇ ਜਾਰੀ ਕਰਨਾ ਪਊਗਾ। ਫਿਰ ਤੀਆਂ ਪਿੱਛੋਂ ਤਾਂ ਕੋਈ ਫਾਇਦਾ ਨਹੀਂ ਨਾ ਲੂੰਗੀ ਦਾ। ਸੋ ਇਸ ਕਰਕੇ ਉਹ ਵੀ ਜ਼ਰੂਰੀ ਹੈ। ਇੱਕ ਇਹਨਾਂ ਸਾਹਮਣੇ ਹੋਰ ਜਿਹੜਾ ਵੱਡਾ ਮੁੱਦਾ ਖੜਾ ਹੈ ਉਹ ਇਹ ਹੈ ਵੀ ਆ ਪਰਸੋਂ ਨੂੰ ਮੀਟਿੰਗ ਹੈ
ਸੰਯੁਕਤ ਕਿਸਾਨ ਮੋਰਚੇ ਦੀ, ਉਹਦੇ ਵਿੱਚ ਵੀ ਰਾਜੇਵਾਲ ਸਾਹਿਬ ਜਾਣਗੇ ਨਹੀਂ ਜਾਣਗੇ, ਜਾ ਕੇ ਉੱਥੇ ਕੀ ਪੋਜੀਸ਼ਨ ਹੁੰਦੀ ਹੈ ਉਹ ਵੀ ਦੇਖਣ ਦੀ ਲੋੜ ਹੈ। ਉਹਨਾਂ ਦਾ ਬਿਆਨ ਇਹ ਆਇਆ ਕਿ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਕਿ ਵੀ ਉਹ ਅਜੇ ਵੀ ਵਾਪਸ ਆ ਜਾਣ। ਡਾਕਟਰ ਦਰਸ਼ਨਪਾਲ ਦਾ ਬਿਆਨ ਮੈਂ ਸੁਣ ਰਿਹਾ ਸੀ, ਉਹ ਕਿੰਨਾ ਠੀਕ ਹੁੰਦਾ ਹੈ ਕਿੰਨਾ ਗਲਤ ਹੁੰਦਾ ਹੈ ਕੀ ਹੁੰਦਾ ਇਹ ਤੇ ਇਹੀ ਜਾਣਨ ਇਹਨਾਂ ਦਾ ਸੰਯੁਕਤ ਕਿਸਾਨ ਮੋਰਚਾ ਤੇ ਸੰਯੁਕਤ ਸਮਾਜ ਮੋਰਚੇ ਦੇ ਵਿਚਕਾਰ ਹੈ ਇਹ ਤਾਂ ਗੱਲ। ਇਸ ਤੋਂ ਅੱਗੇ ਜਿਹੜਾ ਇੱਕ ਹੋਰ ਇਹਨਾਂ ਨੂੰ ਕਰਨਾ ਪੈਣਾ ਉਹ ਇਹ ਹੈ ਵੀ ਜਿਹੜੇ, ਕਿਉਂਕਿ ਰਾਜੇਵਾਲ ਸਾਹਿਬ ਇਹਨਾਂ ਦਾ ਚਿਹਰਾ ਨੇ, ਉਹਨਾਂ ਨੇ ਐਲਾਨ ਕਰਤਾ ਕਿ ਮੈਂ ਸਮਰਾਲੇ ਤੋਂ ਚੋਣ ਲੜੂੰਗਾ। ਰਣਜੀਤ ਸਿੰਘ ਮਾਨਸਾ ਨੇ ਐਲਾਨ ਕਰਤਾ ਸੀ ਵੀ ਮੈਂ ਉਹ ਮੂਸੇਵਾਲੇ ਦੇ ਵਿਰੁੱਧ ਚੋਣ ਲੜੂੰਗਾ। ਤੇ ਉਸ ਜਿਹੜੇ ਐਲਾਨ ਕਰਦੇ ਹੋਏ ਨਾਲ ਇਹ ਕਹਿੰਦੇ ਨੇ ਵੀ ਫਲਾਣਾ ਤਾਂ ਸਾਡਾ ਵਿਰੋਧੀ ਹੈ। ਉਹ ਜਿਹੜੇ ਇਹਨਾਂ ਨੂੰ ਆਪਦੇ ਬਿਆਨਾਂ ਨੂੰ ਵੀ ਧਿਆਨ ਰੱਖਣਾ ਪਊਗਾ। ਜੇ ਤੁਸੀਂ ਲੋਕਾਂ ਤੋਂ ਵੋਟ ਲੈਣੀ ਆ ਉਹਨਾਂ ਨੂੰ ਮਿਹਣੇ ਨਹੀਂ ਦੇਣੇ। ਜੇ ਤੁਸੀਂ ਉਹਨਾਂ ਨੂੰ ਪਹਿਲਾਂ ਕਹੀ ਜਾਂਦੇ ਹੋ ਵੀ ਸਾਡਾ ਫਲਾਣਾ ਵਿਰੋਧੀ, ਸਾਡਾ ਫਲਾਣਾ ਵਿਰੋਧੀ, ਸਾਡਾ ਫਲਾਣਾ ਵਿਰੋਧੀ, ਫਿਰ ਤਾਂ ਤੁਸੀਂ ਆਪ ਹੀ ਉਹਨਾਂ ਦੇ ਕੈਡਰ ਥੋੜ੍ਹਾ ਉਹਨਾਂ ਨੂੰ ਫਿਰ ਤੁਹਾਨੂੰ ਵੋਟ ਪਾਉਣਗੇ ਹੈ। ਉਹ ਰਾਜੇਵਾਲ ਸਾਹਿਬ ਨੇ ਥੋੜ੍ਹਾ ਜਿਹਾ ਆਪਦੇ ਆਪ ਨੂੰ ਤਬਦੀਲ ਤਾਂ ਕਰਿਆ। ਉਹ ਕਹਿੰਦੇ ਨੇ ਵੀ ਨਹੀਂ 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 ਕੋਈ ਨਹੀਂ, ਕਿਸਾਨ ਨੇ ਕੋਈ ਨਹੀਂ, ਉਹ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਹੋਰ ਕਰਦੇ ਹਾਂ। ਪਹਿਲਾਂ ਤਾਂ ਰਾਜੇਵਾਲ ਸਾਹਿਬ ਨੇ ਵੀ ਬਥੇਰਾ ਕਹਿਤਾ ਸੀ ਵੀ ਡੱਡੇਵਾਲ ਸਾਹਿਬ ਤਾਂ ਹੈਗੇ ਨੇ ਜਿਹੜੇ ਉਤਾਰ ਐਸਐਸ ਦੇ ਬੰਦੇ ਨੇ। ਤੇ ਫਿਰ ਰਾਜੇਵਾਲ ਸਾਹਿਬ ਨੇ ਜਿਹੜੇ ਹੁਣ ਵੀ ਬਿਆਨ ਦਿੱਤੇ ਨੇ ਉਹ ਵੀ ਕੋਈ ਇਹ ਕਹਿਣਾ ਵੀ ਉਹ ਪਬਲਿਕ 'ਚ ਜੇ ਉਗਰਾਹਾਂ ਸਾਹਿਬ ਦੀ ਜਥੇਬੰਦੀ ਬਾਰੇ ਜਾਂ ਲੋਕਾਂ ਨੂੰ ਡੱਡੇਵਾਲ ਸਾਹਿਬ ਵਾਸਤੇ ਜਾਂ ਡਾਕਟਰ ਦਰਸ਼ਨਪਾਲ ਵਾਸਤੇ ਜਾਂ ਬੂਟਾ ਸਿੰਘ ਬੁਰਜਗੇਲ ਜਗਮੋਹਨ ਤੇ ਆਪਣਾ ਧਨੇਰ ਸਾਹਿਬ ਦੀ ਜਥੇਬੰਦੀ ਬਾਰੇ ਇਹ ਕਹਿਣ ਰਾਜੇਵਾਲ ਸਾਹਿਬ ਵੀ ਉਹ ਅਖਬਾਰਾਂ 'ਚ ਤਾਂ ਜੋ ਮਰਜ਼ੀ ਕਹਿਣ ਹੈਗੇ ਸਾਡੇ ਨਾਲ, ਤਾਂ ਇਹ ਕਿਹਦੇ ਉੱਤੇ ਲੱਗਦਾ ਨਿਸ਼ਾਨ? ਉਹ ਜਥੇਬੰਦੀਆਂ ਇਹ ਗੱਲ ਬਰਦਾਸ਼ਤ ਕਰਨਗੀਆਂ ਵੀ ਤੁਸੀਂ ਇਹਦਾ ਮਤਲਬ ਡੁਪਲੀਕੇਟ ਬਿਆਨ ਦਿੰਦੇ ਹੋ, ਵੀ ਅਖਬਾਰਾਂ ਤੁਸੀਂ ਕੁਝ ਹੋਰ ਕਹਿੰਦੇ ਹੋ, ਅੰਦਰੋਂ ਤੁਸੀਂ ਕੁਝ ਹੋਰ ਹੋ ਤੇ ਬਾਹਰੋਂ ਕੁਝ ਹੋਰ ਹੋ। ਰਾਜੇਵਾਲ ਸਾਹਿਬ ਨੂੰ ਇਹ ਗੱਲ ਮੈਨੂੰ ਨਹੀਂ ਲੱਗਦਾ ਵੀ ਇਹ ਸੰਯੁਕਤ ਸਮਾਜ ਮੋਰਚੇ ਦੇ ਹੱਕ 'ਚ ਜਾਂਦੀ ਹੈ। ਇਹ ਕਹਿਣਾ ਕਿ ਅੰਦਰੋਂ ਸਾਡੇ ਨਾਲ ਨੇ, ਬਾਹਰੋਂ ਜੋ ਮਰਜ਼ੀ ਕਹਿਣ, ਇਹ ਉਹਨਾਂ ਦੇ ਉੱਤੇ ਵੀ ਨਿਸ਼ਾਨਾ ਲੱਗਦਾ ਜਥੇਬੰਦੀਆਂ ਤੇ ਜੇ ਉਹਨਾਂ ਨੇ ਮਾੜੀ ਮੋਟੀ ਇਹਨਾਂ ਦੀ ਕੋਈ ਕਿਸੇ ਨੇ ਮਦਦ ਵੀ ਕਰਨੀ ਹੋਵੇ ਉਹਨੂੰ ਵੀ ਕੁਐਸਚਨ ਮਾਰਕ ਹੋ ਜਾਂਦਾ ਵੀ ਯਾਰ ਇਹ ਤਾਂ ਸਾਨੂੰ ਪਬਲਿਕਲੀ ਇਹ ਕਹੀ ਜਾਂਦੇ ਨੇ ਅਸੀਂ ਕੋਈ ਅੰਦਰੋਂ ਤੇ ਬਾਹਰੋਂ ਦੋ ਥੋੜੋ ਆ। ਜਿਹੜਾ ਬੰਦਾ ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਾ, ਆਪਾਂ ਕਹਿੰਦੇ ਨਹੀਂ ਵੀ ਇਹਨੇ ਮਖੌਟਾ ਪਾਇਆ, ਜਿਹੜਾ ਬੰਦਾ ਮਖੌਟਾ ਪਾ ਕੇ ਸਮਾਜ 'ਚ ਬਿਆਨ ਤਾਂ ਹੋਰ ਦਿੰਦਾ ਤੇ ਅੰਦਰੋਂ ਕੁਝ ਹੋਰ ਕਰਦਾ, ਇਹੀ ਤਾਂ ਸਾਡੇ ਸਮਾਜ ਦੀ ਦੁਖਾਂਤ ਹੈ। ਇਹੀ ਤਾਂ ਅਸੀਂ ਪੰਜਾਬ 'ਚ ਕਹਿੰਦੇ ਵੀ ਪੰਜਾਬ ਦੀ ਚੋਣ 'ਚ ਹੱਲ ਹੋਣਾ ਚਾਹੀਦਾ। ਸੋ ਜੇ ਉਹ ਰਾਜੇਵਾਲ ਸਾਹਿਬ ਇਹੀ ਇਦਾਂ ਹੀ ਜਿਵੇਂ ਆਪ ਵਾਲਿਆਂ ਨੇ ਕਹਿਤਾ ਸੀ ਦੂਜਿਆਂ ਤੋਂ ਪੈਸੇ ਲੈ ਲਓ ਜੀ, ਵੋਟ ਸਾਨੂੰ ਪਾ ਦਿਓ, ਇਹੀ ਤਾਂ ਸਾਡਾ ਸਮੱਸਿਆ ਵੀ ਵੋਟ ਵਿਕਣੀ ਨਹੀਂ ਚਾਹੀਦੀ। ਇਹੀ ਸਾਡੀ ਸਮੱਸਿਆ ਵੀ ਦੋਹਰਾ ਚਰਿੱਤਰ ਨਹੀਂ ਹੋਣਾ ਚਾਹੀਦਾ। ਜੋ ਤੁਸੀਂ ਕਹਿੰਦੇ ਹੋ ਕਹਿਣੀ ਤੇ ਕਥਨੀ ਦੇ ਸੂਰੇ ਹੋਣਾ ਜ਼ਰੂਰੀ ਹੈ। ਸੋ ਜੇ ਤੁਸੀਂ ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚੇ ਵਾਲੀ ਗੱਲ ਹੀ ਕਰਨੀ ਹੈ, ਫਿਰ ਤੁਸੀਂ ਹੋਏ ਕਿ ਇਹ ਹੋਏ ਕਿ ਬੀ ਹੋਏ, ਤੁਸੀਂ ਹੁਣੇ ਤੋਂ ਇਹ ਰਵਾਇਤੀ ਗੱਲਾਂ ਨਾ ਕਰੋ। ਮੈਨੂੰ ਨਹੀਂ ਪਤਾ ਵੀ ਬਾਅਦ 'ਚ ਰਵਾਇਤੀ ਕਰਨਗੇ ਜਾਂ ਨਹੀਂ ਕਰਨਗੇ, ਪਰ ਇਹ ਹੁਣ ਤਾਂ ਨਾ ਕਰਨ ਘੱਟੋ ਘੱਟ। ਸੋ ਇਸ ਕਰਕੇ ਸੰਯੁਕਤ ਸਮਾਜ ਮੋਰਚੇ ਦੇ ਹੱਕ 'ਚ ਅੱਜ ਇਹ ਗੱਲ ਹੈ ਸਿਰਫ ਕਿ ਉਹ ਤਿੰਨੇ ਗੱਲਾਂ ਦੇ ਉੱਤੇ ਆਪਦੇ ਗੱਲਾਂ ਤੇ ਧਿਆਨ ਰੱਖਣ। ਕਈ ਵਾਰੀ ਪ੍ਰੈਸ ਨੂੰ ਇਹ ਜਵਾਬ ਦੇਣ ਤੋਂ ਚੁੱਪ ਕਰ ਜਾਂਦੇ ਨੇ, ਉਹ ਚੰਗਾ ਹੁੰਦਾ, ਕਿਤੇ ਕਿਤੇ ਚੁੱਪ ਕਰਨਾ ਵੀ ਚੰਗਾ ਹੁੰਦਾ। ਜ਼ਰੂਰੀ ਨਹੀਂ ਵੀ ਹਰੇਕ ਗੱਲ ਦਾ ਜਵਾਬ ਦਿੱਤਾ ਜਾਵੇ, ਪਰ ਉਹਦੇ ਨਾਲ ਹੀ ਤਾਨੇ ਮਿਹਨਿਆਂ ਦੀ ਸਿਆਸਤ 'ਚ ਪੈਣ ਦੀ ਬਜਾਏ ਇਹ ਆਪਦੀ ਪੈਰਲਲ ਸਿਆਸਤ ਦੇਣ ਵੀ ਸਾਡੀ ਸਮਾਨਾਂਤਰ ਸਿਆਸਤ ਆ ਹੈ, ਇਸ ਤਰੀਕੇ ਨਾਲ ਅਸੀਂ ਕਰਾਂਗੇ। ਤੇ ਦੂਜਾ ਸਵਾਲ ਇਹਨਾਂ ਨੂੰ ਹੱਲ ਕਰਨਾ ਪਊਗਾ ਔਰ ਬੜੇ ਨਿਸ਼ਚਿਤ ਤੌਰ ਤੇ ਹੱਲ ਕਰਨਾ ਪਊਗਾ। ਜਿਵੇਂ ਕਿ ਹੁਣ ਉਹਨਾਂ ਨੇ ਜਦ ਮੋਦੀ ਸਾਹਿਬ ਆਏ ਸੀ ਉਦੋਂ ਸੰਯੁਕਤ ਸਮਾਜ ਮੋਰਚੇ ਨੇ ਨਾ ਉਹਨਾਂ ਦੇ ਹੱਕ 'ਚ ਨਾ ਉਹਨਾਂ ਦੇ ਉਲਟ ਇਹ ਚੁੱਪ ਹੀ ਰਹੇ ਨੇ, ਨਾ ਜਥੇਬੰਦੀਆਂ ਦੇ ਨਾਲ ਗਏ ਨੇ। ਜਦ ਹੁਣ ਜਥੇਬੰਦਕ ਮੀਟਿੰਗਾਂ ਹੋਣਗੀਆਂ ਉਹਦੇ ਵਿੱਚ ਵੀ ਜੇ ਜਾਣਗੇ ਤਾਂ ਜੇ ਤਾਂ ਉਹਨਾਂ ਨੇ ਅੰਦਰ ਬਿਠਾ ਲਏ ਤਾਂ ਉਹ ਜਥੇਬੰਦੀਆਂ ਨੂੰ ਕੁਐਸਚਨ ਹੋਊਗਾ ਵੀ ਤੁਸੀਂ ਇਹਦਾ ਮਤਲਬ ਬਾਕੀ ਸਿਆਸੀਆਂ ਨੂੰ ਕਿਉਂ ਨਹੀਂ ਬੈਠਣ ਦਿੰਦੇ ਸੀ। ਜੇ ਉਹ ਨਹੀਂ ਬਿਠਾਉਂਦੇ ਤਾਂ ਇਹਨਾਂ ਦੀ ਸਾਖ ਥੋੜੀ ਹੋਰ ਘਟੇਗੀ ਵੀ ਇਹਨਾਂ ਨਾਲ ਤਾਂ ਉਹ ਹੈ ਨਹੀਂ। ਮੇਰਾ ਖਿਆਲ ਹੈ ਇਸ ਮਾਮਲੇ ਨੂੰ ਹੱਲ ਕਰਨਾ ਜੀ, ਜੇ ਸਿਰਫ ਇੱਕ ਦਿਨ ਰਹਿ ਗਿਆ ਇਹਨਾਂ ਕੋਲੇ, ਇਸ ਮਾਮਲੇ ਨੂੰ ਵੀ ਇਹਨਾਂ ਨੂੰ ਅੰਦਰੋਂ ਅੰਦਰ ਹੀ ਵਿਚਾਰਨਾ ਪਏਗਾ ਤਾਂ ਕਿ ਢਕਿਆ ਢੋਲ ਰਹੇ, ਕੋਈ ਆਪਦੀ ਇਨਸਲਟ ਵਾਲੀ ਗੱਲ ਨਾ ਕਰਨ। ਉਹ ਕਹਿੰਦੇ ਠੀਕ ਹੈ ਜੀ ਉਹ ਸਾਨੂੰ ਪਤਾ ਹੈ ਵੀ ਉਹਨਾਂ ਨੇ ਸਾਨੂੰ ਸ਼ਾਇਦ ਅੰਦਰ ਜਾਣ ਦਿੰਦੇ ਨਾ ਜਾਣ ਦਿੰਦੇ, ਅਸੀਂ ਕਾਹਨੂੰ ਜਾਣਾ ਉੱਥੇ ਜਦ ਅਸੀਂ ਸਿਆਸਤ 'ਚ ਆ ਹੀ ਗਏ, ਕਿਉਂਕਿ ਆਪ ਹੀ ਵਿਰੋਧ ਕਰਦੇ ਰਹੇ ਨੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹਨਾਂ ਨੂੰ ਕਾਫੀ ਸੰਭਲ ਕੇ ਕਦਮ ਧਰਨ ਦੀ ਲੋੜ ਹੈ। ਮੋਰਚੇ 'ਚ ਤਾਕਤ ਹੈ। ਹੁਣ ਕਈ ਤਾਂ ਇਹ ਨੇ ਨਾ ਵੀ ਉਹ ਤਾਂ ਜੀ ਨੇਰੀ ਲਿਆ ਦੂ ਮੋਰਚਾ, ਬਸ ਕਮਾਲ ਹੋ ਜੂ, ਫਲਾਣਾ ਹੋ ਜੂ। ਉਹੀ ਗੱਲ ਤਾਂ ਮੈਂ ਕਹਿਣ ਨੂੰ ਤਿਆਰ ਨਹੀਂ। ਮੈਨੂੰ ਪਤਾ ਹੈ ਵੀ ਇਹ ਗੱਲ ਬੁਰੀ ਲੱਗੂਗੀ ਲੋਕਾਂ ਨੂੰ, ਪਰ ਕਿਉਂਕਿ ਤੁਸੀਂ ਕਹੋਗੇ ਵੀ ਰਵਾਇਤ ਠੀਕ ਹੈ, ਹਨੇਰੀ ਆ ਜਾਂਦੀ ਹੁੰਦੀ ਹੈ, ਹਨੇਰੀ ਆ ਜਾਂਦੀ ਜੇ ਬੱਤੀ ਦੀਆਂ ਬੱਤੇ ਜਥੇਬੰਦੀਆਂ ਇਕੱਠੀਆਂ ਹੁੰਦੀਆਂ, ਸਹਿਮਤ ਹੁੰਦੀਆਂ, ਇੱਕ ਦੂਜੇ ਨੂੰ ਮਿਹਨੋ ਦੋਨੀ ਨਾ ਹੁੰਦੀਆਂ ਹੈ। ਕੱਲੀਆਂ ਇਹ ਬੱਤੀ ਨਹੀਂ ਬਲਕਿ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਵੀ ਆਹ ਬੰਦੇ ਅਸੀਂ ਤੌਰ ਤੇ ਭਾਈ ਲੜਾਈ ਕਰਨ ਵਾਸਤੇ ਚੋਣਾਂ ਦੀ, ਆਹ ਬੰਦੇ ਨੇ ਜਿਹੜੇ ਉਹ ਸਿਆਸੀ ਲੜਾਈ ਕਰਨਗੇ ਆਰਥਿਕਤਾ ਦੀ, ਇਹ ਤਾਂ ਮੰਨਿਆ ਜਾ ਸਕਦਾ ਸੀ।
ਇਹ ਤਾਂ ਪਹਿਲਾਂ ਹੀ ਉੱਥੋਂ ਟੁੱਟ ਕੇ ਆਏ ਨੇ, ਹੁਣ ਹੋਰ ਜ਼ਿਆਦਾ ਟੁੱਟਣ ਨਾਲ ਨਹੀਂ, ਟੁੱਟ ਕੇ ਜਾਣ ਨਾਲ ਹਨੇਰੀ ਨਹੀਂ ਆਉਂਦੀ ਹੁੰਦੀ। ਆਪ ਦੀ ਹਨੇਰੀ ਟੁੱਟੀ ਤਾਂ ਹੈ, ਆਪ ਦੀ ਹਨੇਰੀ ਆ ਰਹੀ ਸੀ, ਆਪ ਦੀ ਹਨੇਰੀ ਦੇ ਬੰਦ ਹੋਣ ਦਾ ਕਾਰਨ, ਮਾਤ ਮਿਲਣ ਦਾ ਕਾਰਨ ਸੀ ਕਿ ਉਹਨਾਂ ਨੇ ਆਪਦੇ ਬੰਦੇ ਛਾਂਗਣੇ ਸ਼ੁਰੂ ਕਰਤੇ। ਕੈਪਟਨ ਦੀ ਵੀ ਹਨੇਰੀ ਸੀ 1907 ਦੇ ਜਾਂ 2007 ਦੇ ਵਿੱਚ, ਉਹਨੇ ਵੀ ਆਪਦੇ ਅੰਦਰ ਦੇ ਬੰਦੇ ਛਾਂਗਣੇ ਸ਼ੁਰੂ ਕਰਤੇ, ਉਹਦੀ ਵੀ ਹਨੇਰੀ ਨੂੰ ਠੱਲ ਪੈ ਗਈ ਸੀ। ਸੋ ਇਹੋ ਜਿਹਾ ਕੰਮ ਨਾ ਕਰਨ। ਪਰ ਜਿਹੜਾ ਤਜਰਬਾ ਪੁਰਾਣਾ, ਜਿੰਨਾ ਵੀ ਅਸੀਂ ਦੇਖੀਏ ਚੋਣਾਂ 'ਚ ਜਾਣ ਦਾ ਕਿਸਾਨ ਜਥੇਬੰਦੀਆਂ ਦਾ, ਉਹ ਸਫਲ ਪਹਿਲਾਂ ਹੋਇਆ ਨਹੀਂ ਹੈ। ਐਤਕੀ ਸਫਲ ਹੋ ਜੇ, ਕਿਉਂਕਿ ਐਤਕੀ ਐਡਾ ਵੱਡਾ ਮੋਰਚਾ ਵੀ ਕਦੇ ਨਹੀਂ ਲੱਗਿਆ। ਸੋ ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਪਹਿਲਾਂ ਕਦੇ ਤਜਰਬਾ ਸਫਲ ਨਹੀਂ ਹੋਇਆ, ਉਹਨਾਂ ਨਾਲ ਵੀ ਮੈਂ ਓਡਾ ਸਹਿਮਤ ਨਹੀਂ ਹਾਂ, ਕਿਉਂਕਿ ਪਹਿਲਾਂ ਤਾਂ ਕਦੇ ਐਡਾ ਵੱਡਾ ਮੋਰਚਾ ਵੀ ਨਹੀਂ ਲੱਗਿਆ। ਛੋਟੇ ਮੋਰਚੇ ਰਹੇ ਨੇ, ਛੋਟੇ ਮੋਰਚੇ ਤੋਂ ਬਾਅਦ ਸਿਆਸਤ ਚਲੇ ਗਏ ਨੇ, ਇਹ ਵੱਡਾ ਮੋਰਚਾ ਸੀ। ਸੋ ਜੇ ਵੱਡਾ ਮੋਰਚਾ ਸੀ ਤਾਂ ਇਹਦਾ ਜਿਹੜਾ ਆਊਟਕਮ ਹੋਏਗਾ, ਜਿਹੜਾ ਇਹਦਾ ਜਿਹੜਾ ਫਲ ਹੋਏਗਾ, ਜਿਹੜਾ ਇਹਦੇ ਵਿੱਚੋਂ ਨਿਕਲ ਕੇ ਆਏਗਾ, ਉਹ ਵੀ ਵੱਖਰਾ ਹੋਏਗਾ। ਜੀ ਬਿਲਕੁਲ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਨੇ ਸਾਰੀ ਪਿਕਚਰ ਕਲੀਅਰ ਕੀਤੀ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਹਰ ਵਾਰ ਦੀ ਤਰ੍ਹਾਂ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਦਿਓ, ਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।